ਜਦ ਮਨ ਹੋ ਗਿਆ ਗੰਗਾ ਦੇ ਨੀਰ ਵਰਗਾ ਜੀ, ਮਨ ਹੋ ਗਿਆ ਗੰਗਾ ਦੇ ਨੀਰ ਵਰਗਾ, ਪਿੱਛੇ ਪਿੱਛੇ ਰਾਮ ਫਿਰੇ ਪਿਆਰੇ ਪਿਆਰੇ ਜੀ, ਪਿੱਛੇ ਪਿੱਛੇ ਰਾਮ ਫਿਰੇ, ਮਨ ਹੋ ਗਿਆ ਗੰਗਾ ਦੇ ਨੀਰ ਵਰਗਾ, ਮਨ ਹੋ ਗਿਆ ਗੰਗਾ ਦੇ ਨੀਰ ਵਰਗਾ, ਪਿੱਛੇ ਪਿੱਛੇ ਰਾਮ ਫਿਰੇ ਪਿਆਰੇ ਪਿਆਰੇ, ਪਿੱਛੇ ਪਿੱਛੇ ਰਾਮ ਫਿਰੇ, ਮਨ ਹੋ ਗਿਆ ਗੰਗਾ ਦੇ ਨੀਰ ਵਰਗਾ, ਮਨ ਹੋ ਗਿਆ ਗੰਗਾ ਦੇ ਨੀਰ ਵਰਗਾ, ਪਿੱਛੇ ਪਿੱਛੇ ਰਾਮ ਫਿਰੇ ਪਿਆਰੇ ਪਿਆਰੇ ਜੀ, ਪਿੱਛੇ ਪਿੱਛੇ ਰਾਮ ਫਿਰੇ, ਮਨ ਹੋ ਗਿਆ ਗੰਗਾ ਦੇ ਨੀਰ ਵਰਗਾ, ਹੋ ਗਿਆ ਗੰਗਾ ਦੇ ਨੀਰ ਵਰਗਾ, ਹੋ ਗਿਆ ਗੰਗਾ ਦੇ ਨੀਰ ਵਰਗਾ, ਮਨ ਹੋ ਗਿਆ ਗੰਗਾ ਦੇ ਨੀਰ ਵਰਗਾ, ਹੋ ਗਿਆ ਗੰਗਾ ਦੇ ਨੀਰ ਵਰਗਾ, ਮਨ ਹੋ ਗਿਆ ਗੰਗਾ ਦੇ ਨੀਰ ਵਰਗਾ, ਮਨ ਹੋ ਗਿਆ ਗੰਗਾ ਦੇ ਨੀਰ ਵਰਗਾ, ਪਿੱਛੇ ਪਿੱਛੇ ਰਾਮ ਫਿਰੇ ਪਿਆਰੇ ਪਿਆਰੇ, ਪਿੱਛੇ ਪਿੱਛੇ ਰਾਮ ਫਿਰੇ, ਮਨ ਹੋ ਗਿਆ ਗੰਗਾ ਦੇ ਨੀਰ ਵਰਗਾ, ਮਨ ਹੋ ਗਿਆ ਗੰਗਾ ਦੇ ਨੀਰ ਵਰਗਾ, ਪਿੱਛੇ ਪਿੱਛੇ ਰਾਮ ਫਿਰੇ ਪਿਆਰੇ ਪਿਆਰੇ ਜੀ, ਪਿੱਛੇ ਪਿੱਛੇ ਰਾਮ ਫਿਰੇ, ਮਨ ਹੋ ਗਿਆ ਗੰਗਾ ਦੇ ਨੀਰ ਵਰਗਾ, ਮਨ ਹੋ ਗਿਆ ਗੰਗਾ ਦੇ ਨੀਰ ਵਰਗਾ, ਪਿੱਛੇ ਪਿੱਛੇ ਰਾਮ ਫਿਰੇ ਪਿਆਰੇ ਪਿਆਰੇ ਜੀ, ਪਿੱਛੇ ਪਿੱਛੇ ਰਾਮ ਫਿਰੇ, ਮਨ ਹੋ ਗਿਆ ਕਬੀਰ ਮਨ ਨਿਰਮਲ ਪਿਆ, ਜੈਸੇ ਗੰਗਾ ਨੀਰ ਲਾਗੋ ਹਰ ਫਿਰੇ, ਕਹਿ ਤੋ ਕਬੀਰ ਕਬੀਰ ਪਰਮ ਸਤਿਕਾਰਯੋਗ ਗੁਰਾਂ ਕੀ ਸਾਜੀ ਔਰ ਨਵਾਜੀ ਹੋਈ ਸਾਧ ਸੰਗਤ ਜੀ, ਆਓ ਅੰਮ੍ਰਿਤ ਵੇਲੇ ਦੀਆਂ ਹਾਜ਼ਰੀਆਂ ਗੁਰੂ ਚਰਨਾਂ ਅੰਦਰ ਭਰਨ ਵਾਸਤੇ ਆਪ ਆਪਣੇ ਦੁਨਿਆਵੀ ਘਰਾਂ ਨੂੰ ਪਿੱਛੇ ਛੱਡ ਕੇ ਕੁਝ ਸਮੇਂ ਵਾਸਤੇ ਜੋ ਘਰ ਛੱਡ ਗਵਾਵਣਾ, ਸੋ ਲੱਗਾ ਮਨ ਮਾਹੇ, ਜਿੱਥੇ ਜਾਏ ਤੁਧ ਵਰਤਨਾ ਤਿਸ ਕੀ ਚਿੰਤਾ ਨਾਹੀਂ। ਉਹਨਾਂ ਦੁਨਿਆਵੀ ਤੇ ਭੱਠ ਵਰਗੇ ਤਪਦੇ ਘਰਾਂ ਨੂੰ ਛੱਡ ਕੇ ਗੁਰੂ ਜੀ ਦੇ ਪਾਵਨ ਪਵਿੱਤਰ ਚਰਨਾਂ ਦੇ ਵਿੱਚ ਸ਼ਾਂਤੀ ਲੈਣ ਵਾਸਤੇ, ਜਿਸ ਗੁਰੂ ਦਾ ਪਾਵਨ ਪਵਿੱਤਰ ਉਹ ਸੱਚਾ ਤੇ ਸੁੱਚਾ ਘਰ ਹੈ, ਮਹਾਰਾਜ ਜੀ ਕਹਿੰਦੇ ਉਹ ਸੰਗਤ ਕਰਨ ਵਾਸਤੇ, ਗੁਰੂ ਦੀ ਪਾਵਨ ਪਵਿੱਤਰ ਬਖਸ਼ੀ ਹੋਈ ਸੰਗਤ ਕਰਨ ਵਾਸਤੇ ਹਰ ਸੱਚੇ ਤਖਤ ਰਚਾਇਆ ਸਤ ਸੰਗਤ ਮਿਲਾ, ਨਾਨਕ ਨਿਰਭਉ ਨਿਰੰਕਾਰ ਵਿੱਚ ਸਿੱਧਾ ਖੇਲਾ, ਗੁਰ ਸਿਮਰ ਮਨਾਈ ਕਾਲ ਕਾ ਖੰਡੇ ਕੀ ਵੇਲਾ, ਵਾਹੁ ਵਾਹੁ ਗੋਬਿੰਦ ਸਿੰਘ ਆਪੇ ਗੁਰ ਚੇਲਾ। ਇਸ ਕਰਕੇ ਉਸ ਪ੍ਰਮਾਤਮਾ ਦੀ ਬਖਸ਼ੀ ਹੋਈ ਸੰਗਤ ਅੰਮ੍ਰਿਤ ਵੇਲੇ ਗੁਰਸਿੱਖ ਜੋਗੀ ਜਾਗਦੇ ਹਨ, ਜਿਨ੍ਹਾਂ ਦੀ ਨਾਲ ਪਰਮਾਤਮਾ ਦੇ ਲਿਵ ਲੱਗੀ ਹੁੰਦੀ ਹੈ। ਬਾਕੀ ਤਾਂ ਤੁਹਾਨੂੰ ਪਤਾ ਹੈ, ਮਨੁੱਖ ਜਦੋਂ ਸਕੂਲ ਵਿੱਚ ਦਾਖਲ ਹੁੰਦਾ ਹੈ, ਉੱਥੋਂ ਫਿਰ ਉਹਦੀ ਪੜ੍ਹਾਈ ਸ਼ੁਰੂ ਹੁੰਦੀ ਹੈ, ਅੱਗੇ ਡਿਗਰੀ ਪ੍ਰਾਪਤ ਹੋ ਜਾਂਦੀ ਹੈ ਪੜ੍ਹਦੇ ਪੜ੍ਹਦਿਆਂ ਨੂੰ।
ਪੜ੍ਹਦਿਆਂ ਪੜ੍ਹਦਿਆਂ ਇਹ ਕਿਹਾ ਜਾਂਦਾ ਵੀ ਇਹ ਹੁਣ ਗਿਆਨੀ ਬਣ ਗਿਆ। ਗਿਆਨੀ ਦੀ ਵੀ ਇੱਕ ਪੜ੍ਹਾਈ ਹੈ। ਉਦੋਂ ਅੱਗੇ ਫਿਰ ਇੱਕ MA ਹੁੰਦੀ ਹੈ, ਇੱਕ ਡਬਲ MA ਹੁੰਦੀ ਹੈ। ਗਾਹਾਂ ਪੜ੍ਹਦਾ ਪੜ੍ਹਦਾ ਫਿਰ ਉਹ ਕਈ ਸਾਲ ਲੱਗ ਜਾਂਦੇ ਨੇ ਗਿਆਨੀ ਬਣਨ ਵਾਸਤੇ ਵੀ। ਮਹਾਰਾਜ ਜੀ ਕਹਿੰਦੇ ਇਸੇ ਤਰ੍ਹਾਂ ਜਿਹੜੇ ਗਿਆਨ ਦੀ ਗੱਲ ਕਰਦੇ ਨੇ ਉਹਨਾਂ ਨੂੰ ਗਿਆਨੀ ਆਖਦੇ ਨੇ। ਗਿਆਨੀ ਕਈ ਚਲੋ ਅੱਡੋ ਅੱਡੀ ਵਿਦਵਾਨਾਂ ਦੇ ਅਰਥ ਨੇ, ਗਿਆਨੀ ਦੇ ਅਰਥ ਵੀ ਉਹਨਾਂ ਨੇ ਕਰੇ ਹੈ। ਆਪਾਂ ਸਿੱਧਾ ਆਮ ਜੇ ਕਹਿ ਦਿੰਦੇ ਹਾਂ ਜਿਹਦੇ ਚੋਲਾ ਪਾਇਆ ਹੋਵੇ, ਕਿਰਪਾਨ ਪਾਈ ਹੋਵੇ, ਚਾਹੇ ਜਪਜੀ ਸਾਹਿਬ ਦਾ ਉਹਨੂੰ ਪਤਾ ਨਾ ਹੋਵੇ ਕਿੱਧਰੋਂ ਸ਼ੁਰੂ ਹੁੰਦਾ, ਆਪਾਂ ਉਹਦੀ ਕਹਿੰਦੇ ਹਾਂ ਗਿਆਨੀ ਜੀ ਕੀ ਹਾਲ ਹੈ, ਇਹੀ ਕਹਿੰਦੇ ਨੇ ਆਪਾਂ ਸਾਰੇ, ਜਾਂ ਖਾਲਸਾ ਜੀ ਕਹਾਂਗੇ। ਜਿਹੜਾ ਨਵਾਂ ਜਾਂ ਅੰਮ੍ਰਿਤ ਛਕ ਕੇ ਆਉਂਦਾ ਹੈ ਉਹਦੇ ਕਿਰਪਾਨ ਪਾਈ ਆਪਾਂ ਕਹਾਂਗੇ ਹੋਰ ਜੀ ਖਾਲਸਾ ਜੀ, ਗਿਆਨੀ ਜੀ ਕੀ ਹਾਲ ਹੈ। ਇਹ ਵੀ ਸ਼ਬਦ ਵਰਤੇ ਜਾਂਦੇ ਹਨ। ਪਰ ਮਹਾਰਾਜ ਜੀ ਕਹਿੰਦੇ ਗਿਆਨੀ ਦਾ ਅਰਥ ਭਾਵ ਹੈ ਵੀ ਹਜੇ ਉਹ ਜਿੱਥੇ ਪਹੁੰਚਣਾ ਸੀ ਪਹੁੰਚਿਆ ਨਹੀਂ। ਗਿਆਨੀ ਜਿਸ ਪਰਮਾਤਮਾ ਦੀ ਗੱਲ ਕਰਨੀ ਸੀ ਉਹਨੇ ਨਾ ਜਾਂ ਸੁਣਨੀ ਸੀ, ਜੇ ਤਾਂ ਉੱਥੇ ਪਹੁੰਚ ਗਿਆ ਸੱਚਮੁੱਚ ਫਿਰ ਤਾਂ ਉਹ ਹੈ ਗਿਆਨੀ। ਨਹੀਂ ਕੀ ਹੈ, ਉਹਦੇ ਮੂਹਰੇ ਇੱਕ ਅੱਖਰ ਹੋਰ ਲੱਗ ਗਿਆ। ਗਿਆਨੀ ਦੇ ਮੂਹਰੇ ਇੱਕ ਅੱਖਰ ਹੋਰ ਲੱਗ ਗਿਆ, ਉਹ ਕੀ ਆੜਾ ਲੱਗ ਗਿਆ, ਉਹਨੂੰ ਕਹਿਤਾ ਅਗਿਆਨੀ। ਇੱਕ ਗਿਆਨੀ ਹੁੰਦਾ, ਇੱਕ ਅਗਿਆਨੀ ਹੁੰਦਾ। ਅਗਿਆਨੀ ਕਿਹਨੂੰ ਕਹਿੰਦੇ ਨੇ? ਮੂਰਖ ਨੂੰ ਕਹਿੰਦੇ ਨੇ। ਜਿਹੜਾ ਮੂਰਖ ਹੋਵੇ, ਜਿਹਨੂੰ ਨਾ ਪਤਾ, ਆਪਣੀ ਗੱਲ ਦੀ ਆਪਣੀ ਗੱਲ ਮੂਹਰੇ ਰੱਖੇ। ਮੂਰਖ ਦਾ ਵੀ ਅਰਥ ਹੈ, ਮਹਾਰਾਜ ਜੀ ਕਹਿੰਦੇ ਮੂਰਖ ਉਹ ਬੰਦਾ ਹੁੰਦਾ ਜਿਹੜਾ ਕਿਸੇ ਦੀ ਨਾ ਸੁਣੇ, ਆਪਣੀ ਗੱਲ ਅੱਗੇ ਰੱਖੀ ਜਾਵੇ। ਮੂੰਹ ਰੱਖ, ਆਪਣਾ ਮੂੰਹ ਅੱਗੇ ਰੱਖੇ, ਉਹਨੂੰ ਮੂਰਖ ਕਹਿੰਦੇ ਹਨ। ਇੱਕ ਗਿਆਨੀ ਹੈ। ਮਹਾਰਾਜ ਜੀ ਕਹਿੰਦੇ ਇੱਕ ਹੈ ਖਾਲਸਾ। ਫਿਰ ਖਾਲਸਾ ਵੀ ਕਿਹਾ ਨਾ ਵੀ ਖਾਲਸਾ ਜੀ ਨੇ ਜੀ ਅੰਮ੍ਰਿਤ ਛਕਿਆ। ਮਹਾਰਾਜ ਜੀ ਕਹਿੰਦੇ ਖਾਲਸੇ ਦਾ ਵੀ ਸੁਣ ਲਓ। ਖਾਲਸਾ ਖਾਲਸ ਕਹਾਵੈ ਸੋਈ, ਜਾਂ ਕੈ ਹਿਰਦੈ ਭਰਮ ਨਾ ਹੋਈ। ਭਰਮ ਭੇਦ ਤੇ ਰਹਿ ਨਿਆਰਾ, ਸੋ ਖਾਲਸਾ ਸਤਿਗੁਰੂ ਮਾਰਾ। ਕਹਿੰਦੇ ਖਾਲਸੇ ਦਾ ਵੀ ਹੈ ਇੱਕ। ਅੰਮ੍ਰਿਤ ਛਕਿਆ ਹੈ ਖਾਲਸਾ। ਕਹਿੰਦੇ ਖਾਲਸਾ ਉਹ ਹੈ ਜਿਹੜਾ ਦੁਨੀਆ ਦੇ ਨਾਲੋਂ ਇੱਕ ਵੱਖਰਾ ਹੈ। ਇੱਕ वो होते हैं जो चलते हैं जवाने के साथ साथ। ਕਹਿੰਦੇ ਦੁਨੀਆ ਤੋਂ ਵੱਖਰਾ ਹੋ ਕੇ ਜਿਹੜਾ ਤੁਰੇ ਨਾ, ਉਹਨੂੰ ਖਾਲਸਾ ਕਹਿੰਦੇ ਨੇ। ਹੁਣ ਤੁਸੀਂ ਕਹੋਗੇ ਵੀ ਵੱਖਰਾ ਕਿਵੇਂ ਹੁੰਦਾ? ਵੱਖਰਾ ਇਹ ਹੁੰਦਾ, ਸੁਬਾਹ ਅੰਮ੍ਰਿਤ ਵੇਲੇ 3 ਵੱਜ ਗਏ, ਜੇ ਤਾਂ ਹੈ ਖਾਲਸਾ ਫਿਰ ਤਾਂ ਮਾਰੀ ਮੰਜੇ ਤੋਂ ਛਾਲ ਉਹਨੇ ਇਸ਼ਨਾਨ ਕਰਕੇ ਵਾਹਿਗੁਰੂ 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 ਦੇ ਧਿਆਨ ਵਿੱਚ ਮਗਨ ਹੋ ਗਿਆ। ਸੱਚੇ ਪਾਤਸ਼ਾਹ ਮਹਾਰਾਜ ਜੀ ਆਪਣੀ ਪਾਵਨ ਬਾਣੀ ਅੰਦਰ ਫਰਮਾਨ ਕਰਦੇ ਹਨ, ਗੁਰ ਸਤਿਗੁਰ ਕਾ ਜੋ ਸਿੱਖ ਖਾਏ, ਸੋ ਭਲਕੇ ਉਠਰ ਨਾਮ ਧਿਆਵੈ। ਫਿਰ ਕਹਿੰਦੇ ਉਦਮ ਕਰੇ ਭਲਕੇ ਪ੍ਰਭਾਤੀ, ਇਸ਼ਨਾਨ ਕਰੈ ਅੰਮ੍ਰਿਤ ਸਰਣ ਆਵੈ। ਫੇਰ ਚੜ੍ਹੈ ਦਿਵਸ ਗੁਰਬਾਣੀ ਗਾਵੈ। ਹੁਣ ਇਹ ਨਾ ਅਰਥ ਲਾ ਲਿਓ, ਮਹਾਰਾਜ ਜੀ ਨੇ ਕਿਹਾ ਵੀ ਫਿਰ ਚੜ੍ਹੈ ਵੀ ਦਿਨ ਚੜ੍ਹਦੇ। ਮਹਾਰਾਜ ਜੀ ਕਹਿੰਦੇ ਦਿਨ ਫੇਰ ਚੜ੍ਹਨ ਦੇਈ, ਉਦੋਂ ਪਹਿਲਾਂ ਪਹਿਲਾਂ ਤੇਰਾ ਨੇਮ ਗੁਰੂ ਨੂੰ ਮਿਲਣ ਦਾ, ਬਾਣੀ ਪੜ੍ਹਨ ਦਾ, ਸੇਵਾ ਸਿਮਰਨ ਦਾ ਕਰਮ ਹੈ ਜਿਹੜਾ ਤੇਰਾ ਨਾਂ, ਉਹ ਨੇਮ ਪਹਿਲਾਂ ਪਹਿਲਾਂ ਕਰ ਲਈ, ਸੂਰਜ ਦੇ ਚੜ੍ਹਨ ਤੋਂ ਪਹਿਲਾਂ ਪਹਿਲਾਂ। ਫਿਰ ਤੂੰ ਕੀ ਹੈ? ਫਿਰ ਤੂੰ ਖਾਲਸਾ ਹੈ। ਖਾਲਸਾ ਸੱਚਮੁੱਚ ਖਾਲਸਾ। ਮਹਾਰਾਜ ਜੀ ਕਹਿੰਦੇ ਜੇ ਭਰਮ ਭੇਦ ਤੋਂ ਨਿਆਰਾ ਫਿਰ ਵੀ ਤੂੰ ਖਾਲਸਾ। ਜੇ ਲੋਕ ਭਰਮ ਕਰਦੇ ਨੇ, ਮਾੜੀ ਜੀ ਕਿਸੇ ਨੇ ਛਿੱਕ ਮਾਰਤੀ, ਉੱਥੇ ਖੜ੍ਹ ਗਿਆ, ਕਿਰਪਾਨ ਪਾਈ ਹੈ, ਸ਼ਹਿਰਾ ਵੀ ਪਾਇਆ, ਸਭ ਕੁਝ ਪਾਇਆ ਹੋਇਆ, ਛਿੱਕ ਮਾਰਤੀ, ਲਓ ਜੀ ਛਿੱਕ ਮਾਰਤੀ, ਖੜ੍ਹ ਗਿਆ ਉੱਥੇ। ਮਹਾਰਾਜ ਜੀ ਕਹਿੰਦੇ ਫਿਰ ਖਾਲਸਾ ਨਹੀਂ, ਫਿਰ ਤਾਂ ਦੁਨੀਆ ਵਰਗਾ ਹੀ ਹੈ। ਦੁਨੀ ਵਜਾਈ ਵੱਜਦੀ, ਤੂੰ ਵੀ ਵੱਜੈ ਨਾਲ। ਜੇ ਮਗਰੋਂ ਹਾਕ ਮਾਰਤੀ, ਉਧਰੋਂ ਹੈ ਖਾਲਸਾ, ਉਹਨੇ ਕਹਿਤਾ ਵੀ ਜਰਾ ਬਿੱਲੀ ਰਾਹ ਕੱਟ ਗਈ। ਕਈ ਚੱਲ ਇੱਥੇ ਹੀ ਖੜ੍ਹ ਜਾਂਦੇ ਨੇ, ਜੇ ਬਿੱਲੀ ਮਾੜਾ ਜਿਹਾ ਰਾਹ ਕੱਟ ਜੇ ਨਾ, ਅੱਗੋਂ ਦੀ ਲੰਘ ਜੇ ਬਿੱਲੀ, ਜਾਨਵਰ ਇੱਕ, ਉੱਥੋਂ ਕਹਿਣਗੇ ਸਾਡਾ ਰਾਹ ਕੱਟਿਆ ਗਿਆ, ਹੁਣ ਸਾਡਾ ਕੰਮ ਨਹੀਂ ਬਣਦਾ। ਮਹਾਰਾਜ ਜੀ ਕਹਿੰਦੇ ਜੇ ਇਹਨਾਂ ਗੱਲਾਂ ਵਿੱਚ ਫਸਿਆ ਹੋਇਆ ਫਿਰ ਤੂੰ ਖਾਲਸਾ ਨਹੀਂ ਹਜੇ ਬਣਿਆ। ਉੱਪਰੋਂ ਲੋਕਾਂ ਦੇ ਕਹਿਣ ਵਾਸਤੇ ਜ਼ਰੂਰ ਸੱਚਮੁੱਚ ਬਣ ਗਿਆ ਹੋਵੇਗਾ, ਪਰ ਜਿਹੜੀ ਤੇਰੀ ਅੰਦਰਲੀ ਅਜੇ ਬਿਰਤੀ ਹੈ ਨਾ, ਉਹ ਖਾਲਸਿਆਂ ਵਾਲੀ ਨਹੀਂ ਬਣੀ ਹੈ। ਇਸ ਕਰਕੇ ਮਹਾਰਾਜ ਜੀ ਕਹਿੰਦੇ ਖਾਲਸੇ ਦਾ ਵੀ, ਗਿਆਨੀ ਦਾ ਵੀ, ਗਿਆਨੀ ਬਣਨ ਵਾਸਤੇ ਸੰਤ ਬਾਬਾ ਸੁੰਦਰ ਸਿੰਘ ਜੀ ਭਿੰਡਰਾਂ ਵਾਲੇ ਮਹਾਂਪੁਰਖਾਂ ਕੋਲੇ 1300 ਵਿਦਿਆਰਥੀ ਪੜ੍ਹਦਾ ਸੀ। 1300, 10-20 ਦੀ ਗੱਲ ਨਹੀਂ।
1300 ਵਿਦਿਆਰਥੀ ਇਕੱਠਾ ਪੜ੍ਹਦਾ, ਜਿਨ੍ਹਾਂ ਦੇ ਵਿੱਚੋਂ 1000 ਤਾਂ ਸਿਰਫ ਇਕੱਲਾ ਗ੍ਰੰਥੀ ਬਣਿਆ ਸੀ, 1000। ਤੇ 200 ਉਹਨਾਂ ਦੇ ਵਿੱਚੋਂ ਪ੍ਰਚਾਰਕ ਬਣ ਗਏ ਸੀ, ਜਿਹੜੇ ਪ੍ਰਚਾਰ ਕਰਨ ਵਾਲੇ, ਜਿਵੇਂ ਅਸੀਂ ਪ੍ਰਚਾਰਕ ਕਹਾਂਗੇ ਇਸ ਤਰ੍ਹਾਂ 200 ਬਣ ਗਏ ਸੀ। ਤੇ ਕਿੰਨੇ ਹੋ ਗਏ? 1200। 100 ਰਹਿ ਗਿਆ ਤੇ 100 ਗਿਆਨੀ ਬਣਿਆ ਸੀ ਬਸ। 1300 ਵਿੱਚੋਂ ਉਹਨਾਂ ਦੀ ਕਠਿਨ ਤਪੱਸਿਆ ਦੇ ਵਿੱਚੋਂ 100 ਗਿਆਨੀ ਬਣਿਆ ਸੀ, ਜਿਨ੍ਹਾਂ ਨੂੰ ਗਿਆਨ ਦੀ ਬਾਤ ਆ ਗਈ, ਜਿਨ੍ਹਾਂ ਨੂੰ ਸੋਝੀ ਆ ਗਈ ਗੁਰੂ ਦੀ ਮੱਤ ਵਾਸਤੇ। ਮਹਾਰਾਜ ਜੀ ਕਹਿੰਦੇ ਉਹ ਕੇਵਲ ਤੇ ਕੇਵਲ ਇਕੱਲੇ ਗਿਆਨੀ ਬਣੇ। ਆਓ ਆਪਣੇ ਵਿਚਾਰਧਾਰਾ ਨਾਲ ਕੁਝ ਸਮਾਂ ਜੋੜੀਏ। ਕੱਲ੍ਹ ਮੈਂ ਧੰਨ ਕਲਗੀਧਰ ਪਾਤਸ਼ਾਹ ਮਹਾਰਾਜ ਨੂੰ ਚੇਤੇ ਕਰਦਿਆਂ ਉਹ ਭਾਈ ਲਾਲ ਚੰਦ ਦੀ ਵਾਰਤਾ ਤੁਹਾਡੇ ਅੱਗੇ ਰੱਖੀ, ਆਪਣੀ ਵਿਚਾਰ ਭਾਵੇਂ ਧੰਨ ਬਾਬਾ ਬੁੱਢਾ ਜੀ ਦੀ, ਕਿਉਂਕਿ ਇਹ ਬਾਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇਨ। ਜੇ ਕੋਈ ਕਹੇ ਵੀ ਇੱਥੇ ਜੇ ਆਹ ਕਥਾ ਇੰਨੀ ਕੁ ਸੁਣਾ ਕੇ ਇਹ ਮੁੱਕ ਗਈ, ਨਹੀਂ, ਕਥਾ ਨਹੀਂ ਮੁੱਕਦੀ, ਨਾ ਗੁਰੂਆਂ ਦਾ ਜੀਵਨ ਮੁੱਕਦਾ ਹੈ। ਜੇ ਅਸੀਂ ਸੁਣਾਉਂਦੇ ਜਾਈਏ, ਇੱਕ ਜਨਮ ਲੱਗ ਜੂ, ਫੇਰ ਸੁਣਾਉਣ ਲੱਗ ਜਾਈਏ, ਦੂਜਾ ਜਨਮ ਲੱਗ ਜੂ, ਫੇਰ ਸੁਣਾਉਣ ਲੱਗੇ, ਤੀਜਾ ਜਨਮ ਲੱਗ ਜੂ, ਕਈ ਜਨਮ ਲੱਗ ਜਾਣਗੇ ਗੁਰੂ ਦੀ ਕਥਾ ਸੁਣਾਉਂਦਿਆਂ, ਪਰ ਅੰਤ ਨਹੀਂ ਪਾ ਸਕਦਾ ਉਹਦਾ ਕੋਈ। ਮਹਾਰਾਜ ਜੀ ਕੀ ਕਹਿੰਦੇ ਨੇ? ਤੇਰਾ ਬੇਦਾਂ ਨੇ ਨਾ ਪਾਇਆ, ਅੰਤ ਨਾ ਪਾਵਤ ਦੇਵ ਸਭੈ ਮਨ ਇੰਦਰ ਮਹਾ ਸਿਵ ਜੋਗ ਕਰੀ। ਬੇਦਾਂ ਪੁਰਾਣਾ ਨੇ ਆਪਣੇ ਪਾਵਨ ਪਵਿੱਤਰ ਗੁਰਬਾਣੀ ਅੰਦਰ ਫਰਮਾਨ ਕੀਤਾ। ਮਹਾਰਾਜ ਜੀ ਕੀ ਕਹਿੰਦੇ? ਕਹਿੰਦੇ ਵੀ ਜਿਹੜੇ ਉਹ ਵੇਦ ਨੇ ਨਾ, ਉਹਨਾਂ ਨੇ ਕਹਿਤਾ ਨੇਤ ਕਥੰਤ ਵੇਦਾਂ, ਕਹਿੰਦੇ ਤੇਰਾ ਅੰਤ ਨਹੀਂ ਪਾਇਆ। ਪਰਮਾਤਮਾ ਦਾ ਕਿਸੇ ਨੇ ਵੀ ਅੰਤ ਨਹੀਂ ਪਾਇਆ। ਕਿਵੇਂ? ਥਾ ਪੂਤਲੀ ਅੰਤ ਕੀ ਭਈ ਪੂਤਲੀ ਸਿੰਧ ਕੀ ਥਾ ਅੰਤ ਕੋ ਲੈਨ। ਕਹਿੰਦੇ ਇੱਕ ਲੂਣ ਦੀ ਪੁੜੀ ਬੰਨ੍ਹ ਕੇ ਰੱਸੀ ਦੇ ਨਾਲ ਕਿਸੇ ਨੇ ਸਮੁੰਦਰ ਵਿੱਚ ਸੁੱਟ ਦਿੱਤੀ। ਕਹਿੰਦੇ ਉਹ ਪੁੜੀ ਕਹਿੰਦੀ ਕਰਨਾ ਕੀ ਹੈ? ਕਹਿੰਦੇ ਤਾਂ ਥੱਲਾ ਪਤਾ ਕਰਕੇ ਆ ਵੀ ਕਿੰਨਾ ਕੁ ਡੂੰਘਾ ਹੈ ਸਮੁੰਦਰ। ਉਹ ਕਹਿੰਦੀ ਲੈ ਹੁਣ ਆ ਜਾਂਦੀ ਹਾਂ ਮੈਂ ਤਾਂ। ਉਹ ਵਿੱਚ ਛੱਡ ਦਿੱਤੀ ਪੁੜੀ। ਉਹ ਗੇੜੇ ਖਾਂਦੀ ਜਦੋਂ ਬਸ ਥੋੜ੍ਹਾ ਜਿਹਾ ਗਈ ਨਾ, ਇਹ ਕਹਿ ਲਓ ਚਲੋ ਕਿਲੋਮੀਟਰ ਵਿੱਚ ਪਾਣੀ ਦੇ ਜਾਂਦੀ ਖੁਰ ਗਈ ਉਹ। ਜਦੋਂ ਕਹਿੰਦੇ ਕਈ ਘੰਟਿਆਂ ਬਾਅਦ, ਕਈ ਦਿਨਾਂ ਬਾਅਦ ਕਹਿ ਲਓ ਕੱਢੀ ਪੁੜੀ, ਉਹ ਖਾਲੀ ਦੀ ਖਾਲੀ ਜਮਾ। ਕਹਿੰਦੇ ਇਹ ਤਾਂ ਪਤਾ ਨਹੀਂ ਕਰਕੇ, ਕਹਿੰਦੇ ਪਤਾ ਕੀ ਕਰੂਗੀ, ਇਹ ਇਹਦੀ ਅੰਸ਼ ਹੈ, ਇਹ ਸਮੁੰਦਰ ਦੀ ਅੰਸ਼ ਹੈ ਜਿਹੜੀ ਪੁੜੀ ਹੈ। ਤੁਸੀਂ ਕਹਿੰਦੇ ਹੋ ਪਤਾ ਕਰ ਲਓ, ਇਹ ਮੈਂ ਕਿਵੇਂ ਪਤਾ ਕਰ ਲੂਗੀ? ਇਸ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਉਸ ਪਰਮਾਤਮਾ ਦਾ ਜ਼ਿਕਰ ਕਿਸੇ ਨੇ ਨਹੀਂ ਅੰਤ ਪਾਇਆ। ਅੰਤ ਨ ਪਾਵਤ ਦੇਵ ਸਭੈ ਮੁਨਿੰਦਰ ਮਹਾ ਸਿਵ ਜੋ ਕਰੀ ਫੁਨ ਵੇਦ ਬਰੰਚ ਵਿਚਾਰੇ ਔਰ ਜਪ ਨ ਛੱਡਿਓ ਇੱਕ ਘੜੀ। ਮਥੁਰਾ ਜਨ ਕੋ ਪ੍ਰਭ ਦੀਨ ਦਿਆਲ ਸੰਗਤ ਸ੍ਰਿਸ਼ਟ ਨਿਹਾਲ ਕਰੀ। ਰਾਮਦਾਸ ਗੁਰੂ ਜਗ ਤਾਰਨ ਕੋ ਗੁਰ ਜੋਤ ਸੋ ਅਰਜਨ ਮਾਹੇ ਤਰੀ। ਜੇ ਹੁਣ ਕਹੀਏ ਧੰਨ ਬਾਬਾ ਬੁੱਢਾ ਜੀ ਦਾ ਜੀਵਨ ਜਿਹੜਾ ਉਹ ਸਮਾਪਤ ਹੋ ਗਿਆ, 6ਵੇਂ ਗੁਰੂਆਂ ਤੱਕ ਚੱਲਿਆ, ਉਸ ਤੋਂ ਬਾਅਦ ਸਮਾਪਤ ਹੋ ਗਿਆ। ਅੱਗੇ ਉਹਨਾਂ ਦੀ ਅੰਸ਼-ਵੰਸ਼ ਵਿੱਚ ਚੱਲਦੀ ਹੈ ਰੰਧਾਵੇ ਗੋਤ ਦੀ, ਧੰਨ ਬਾਬਾ ਬੁੱਢਾ ਜੀ ਦੀ। ਅੱਜ ਬਹੁਤੇ ਨਾ ਉਹ ਰੰਧਾਵਿਆਂ ਦੇ ਵਿੱਚ ਪੈਦਾ ਹੋ ਕੇ ਬਸ ਉਹ ਭਾਵੇਂ ਮੂੰਹ ਸਿਰ ਹੋਇਆ ਜਾਂ ਨਾ ਹੋਵੇ, ਚਲੋ ਖੈਰ ਮਾਫ ਕਰਿਓ ਪਿਆਰਿਓ, ਉਹਨਾਂ ਵਰਗਾ ਨਾ ਹੋਵੇ। ਪਰ ਮਾਣ ਨਾਲ ਅਸੀਂ ਕਿਤੇ ਪ੍ਰੋਗਰਾਮ ਕਰਨ ਗਏ ਸੀ, ਉੱਥੇ ਸਾਨੂੰ ਉਹਨਾਂ ਨੇ ਬੜਾ, ਪਹਿਲਾਂ ਤਾਂ ਕੀਰਤਨ ਕਰਨ ਤੋਂ ਘੰਟਾ ਉਹਨਾਂ ਨੇ ਆਪਦੀ ਹੀਰ ਸੁਣਾਈ ਸਾਨੂੰ ਸਾਰੀ, ਬੈਠ ਗਏ। ਅਸੀਂ ਬਾਬੇ ਬੁੱਢੇ ਜੀ ਦੀ ਇੰਨੀ ਵੰਸ਼ ਵਿੱਚੋਂ ਹੈ ਜੀ, ਸਾਡੇ ਇੰਨੇ ਪੋਤੇ ਪੜੋਤੇ ਹੋਏ, ਐਡਾ ਪਰਿਵਾਰ ਹੋਇਆ। ਅਤੇ ਜਦੋਂ ਵਕਤੇ ਅਖੀਰ ਸਾਰਿਆਂ ਕੰਨੀ ਵੇਖਿਆ, ਬਾਬੇ ਬੁੱਢੇ ਵਰਗਾ ਕੋਈ ਵੀ ਨਾ ਉਹਨਾਂ ਦੇ ਵਿੱਚੋਂ। ਮੈਂ ਕਿਹਾ ਹੁਣ ਚਲੋ ਕੀਰਤਨ ਕਰਨਾ ਹੈ, ਜੇ ਤੁਹਾਨੂੰ ਸਹੀ ਗੱਲ ਕਹਿ ਦਿੱਤੀ ਸਾਡਾ ਬਾਜਾ ਨਹੀਂ ਰੱਖਣਾ, ਤੁਸੀਂ ਕਹਿਣਾ ਵੀ ਚੱਕੋ ਹੋਣੀ ਬਾਜਾ, ਅਸੀਂ ਤਾਂ ਹੋਰ ਲਿਆਵਾਂਗੇ ਕੋਈ। ਚਲੋ ਧੁਨੀ ਵਜਾਈ ਵੱਜਦੀ। ਪਰ ਮੈਂ ਫਿਰ ਵੀ ਕੀਰਤਨ ਕਰਦੇ ਨੇ ਕਹਿਤਾ, ਓਏ ਜਿਹੋ ਜਿਹੇ ਸਾਡੇ ਪੁਰਖੇ ਨੇ ਉਹੋ ਜਿਹੇ ਸਾਨੂੰ ਬਣਨਾ ਚਾਹੀਦਾ। ਇਸ ਕਰਕੇ ਧੰਨ ਬਾਬਾ ਬੁੱਢਾ ਜੀ ਨੇ ਫਿਰ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਘਰ ਦੇ ਵਿੱਚ ਗੁਰੂ ਹਰਗੋਬਿੰਦ ਮਹਾਰਾਜ ਜੀ ਪ੍ਰਗਟਿਓ ਬਰਦ ਗੰਬੜਾ ਬਰਿਆਮ ਕੇਲਾ। ਧੰਨ ਗੁਰੂ ਹਰਗੋਬਿੰਦ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਆਗਮਨ ਪੁਰਬ ਹੋਇਆ। ਫਿਰ ਸੁਣਿਆ ਆਪ ਜੀ ਨੇ ਉਹ ਜ਼ਹਿਰ ਦੇਣ ਦੀ ਵੀ ਕੋਸ਼ਿਸ਼ ਕਰੀ, ਉਹ 'ਚੋਂ ਵੀ ਫੇਲ ਹੋ ਗਏ। ਫਿਰ ਸੱਪ ਲਿਆ ਕੇ ਛੱਡਿਆ ਪਿਰਥੀਏ ਨੇ, ਉਹ ਵੀ ਫੇਲ ਹੋ ਗਏ। ਸਾਰੀਆਂ ਸਕੀਮਾਂ ਵਿੱਚ ਉਹ ਫੇਲ ਹੋ ਗਏ। ਅਤੇ ਅੱਜ ਫਿਰ ਧੰਨ ਬਾਬਾ ਬੁੱਢਾ ਜੀ ਗੁਰੂ ਹਰਗੋਬਿੰਦ ਮਹਾਰਾਜ ਜੀ ਨੂੰ ਜਿਹੜੀ ਆ ਉਹ ਵਿੱਦਿਆ ਵੀ ਆਪ ਦਿੰਦੇ ਨੇ। ਵਿੱਦਿਆ
ਇੱਕ ਸ਼ਸਤਰ ਵਿਦਿਆ, ਇੱਕ ਸ਼ਾਸਤਰ ਵਿਦਿਆ ਹੈ। ਬਾਣੀ ਪੜ੍ਹਾਉਣੀ ਇਹ ਵੀ ਬਾਬਾ ਬੁੱਢਾ ਜੀ ਦੇ ਹਿੱਸੇ ਵਿੱਚ ਆਈ। ਜਿਹੜੇ ਸ਼ਸਤਰ ਸਿਖਾਏ ਉਹ ਵੀ ਧੰਨ ਬਾਬਾ ਬੁੱਢਾ ਜੀ ਨੇ ਸਿਖਾਏ। ਹੁਣ ਬਾਬਾ ਬੁੱਢਾ ਜੀ ਦੀ ਸੇਵਾ ਸ਼ੁਰੂ ਹੋ ਗਈ। ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਅਸੀਂ ਲਾਹੌਰ ਜਾ ਕੇ ਆਉਣਾ, ਸਾਨੂੰ ਲਾਹੌਰ ਦੀ ਸੰਗਤ ਨੇ ਯਾਦ ਕਰਿਆ। ਮਹਾਰਾਜ ਜੀ ਇਤਿਹਾਸ ਵਿੱਚ ਲਿਖਿਆ ਲਾਹੌਰ 3 ਵਾਰੀ ਗਏ ਨੇ। ਵੈਸੇ ਤਾਂ ਚਲੋ ਗੁਰੂ ਪੀਰਾਂ ਦੇ ਕੋਈ ਅੰਤ ਨਹੀਂ ਪਾ ਸਕਦਾ। ਪਹਿਲੀ ਵਾਰ ਜਦੋਂ ਗੁਰੂ ਰਾਮਦਾਸ ਮਹਾਰਾਜ ਨੇ ਤੋਰਿਆ ਬਾਬਾ ਬੁੱਢਾ ਜੀ ਨੂੰ, ਵਾਹਿਗੁਰੂ ਜੀ ਮਾਤਾ ਗੰਗਾ ਜੀ ਅਤੇ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਛੋਟੀ ਉਮਰ ਸਹਾਰੀ ਮੱਲ ਦੇ ਪੁੱਤਰ ਦੇ ਵਿਆਹ ਵਿੱਚ। ਦੂਸਰੀ ਵਾਰੀ ਜਦੋਂ ਗਏ ਗੁਰੂ ਅਰਜਨ ਦੇਵ ਮਹਾਰਾਜ ਜੀ ਸੰਮਣ ਮੂਸਣ ਦਾ ਭਲਾ ਕਰਨ ਵਾਸਤੇ ਗਏ। ਤੀਸਰੀ ਵਾਰੀ ਜਦੋਂ ਲਾਹੌਰ ਗਏ ਫਿਰ ਮੁੜ ਕੇ ਨਹੀਂ ਆਏ, ਸਰੀਰ ਕਰਕੇ ਨਹੀਂ ਆਏ। ਨਾਮ ਰਹਿਓ ਸਾਧੂ ਰਹਿਓ, ਫਿਰ ਉੱਥੇ ਸ਼ਹਾਦਤ ਹੀ ਪ੍ਰਾਪਤ ਕਰ ਦਿੱਤੀ। ਅੱਜ ਲਾਹੌਰ ਦੀ ਸੰਗਤ ਨੇ ਬੇਨਤੀ ਕਰੀ, ਮਹਾਰਾਜ ਕਿਰਪਾ ਕਰੋ ਲਾਹੌਰ ਆ ਕੇ ਦਰਸ਼ਨ ਦਿਓ ਸੰਗਤ ਨੂੰ, ਕੁਝ ਸਮਾਂ ਇੱਥੇ ਕਥਾ ਕੀਰਤਨ ਕਰੋ, ਸੰਗਤਾਂ ਨੂੰ ਘਰ ਘਰ ਜਾ ਕੇ ਤਾਰੋ। ਇਹ ਗੁਰੂ ਪੀਰ ਜਿਤਨੇ ਵੀ ਅੱਜ ਜਿਤਨੇ ਮਹਾਂਪੁਰਖ ਹੋਏ ਨੇ ਨਾ ਨਾਮ ਜਪਣ ਵਾਲੇ, ਅੱਜ ਦੇ ਤਾਂ ਨਹੀਂ, ਚਲੋ ਖੈਰ ਪੁਰਾਣਿਆਂ ਨੂੰ ਕਹਿ ਲਓ, ਕਹਿੰਦੇ ਉਹਨਾਂ ਨੂੰ ਜੰਗਮ ਤੀਰਥ ਕਹਿੰਦੇ। ਜੰਗਮ 2 ਪ੍ਰਕਾਰ ਦੇ ਤੀਰਥ ਹੈ, ਇੱਕ ਜੜ ਹੈ, ਇੱਕ ਜੰਗਮ ਹੈ। ਜੜ ਕਿਹੜੇ ਹੈ ਵੀ ਜਿਹੜੇ ਇੱਕ ਥਾਵੇਂ, ਜਿਵੇਂ ਆਪਣਾ ਗੁਰਦੁਆਰਾ ਇੱਕ ਥਾਵੇਂ ਹੈ, ਇਹ ਗੁਰਦੁਆਰਾ ਤਾਂ ਨਹੀਂ ਕਿਸੇ ਪਾਸੇ ਜਾ ਸਕਦਾ ਤੁਰ ਕੇ। ਇੱਕ ਹੈ ਜੰਗਮ ਤੀਰਥ। ਜੰਗਮ ਉਹਨੂੰ ਕਹਿੰਦੇ ਨੇ ਜਿਹੜਾ ਤੁਰ ਫਿਰ ਕੇ ਭਲਾ ਕਰੇ, ਇੱਥੇ ਜਾ ਕੇ ਭਲਾ ਕਰਤਾ, ਉੱਥੇ ਜਾ ਕੇ ਭਲਾ ਕਰ, ਉਹਨੂੰ ਕਹਿੰਦੇ ਨੇ ਜੰਗਮ। ਤੁਰਦੇ ਫਿਰਦੇ ਨੂੰ ਉਹਨੂੰ ਜੰਗਮ ਕਹਿੰਦੇ ਨੇ। ਜਿਵੇਂ ਸੰਤ ਬਾਬਾ ਗੁਰਬਚਨ ਸਿੰਘ ਮਹਾਰਾਜ ਨੂੰ ਕਿਹਾ ਸੀ, ਤੁਰਦੀ ਫਿਰਦੀ ਯੂਨੀਵਰਸਿਟੀ, ਜਿਨ੍ਹਾਂ ਦੇ ਨਾਲ 250-250 300 ਸਿੰਘ ਹਰ ਵਕਤ ਨਾਲ ਉਹਨਾਂ ਦੇ ਰਹਿੰਦਾ, ਵਿੱਦਿਆ ਪੜ੍ਹਨੀ। ਜੇ ਇਸ ਗੁਰੂ ਘਰ ਆ ਗਏ ਉਹਨਾਂ ਨੇ ਫਿਰ ਸੁਬਾਹ ਸ਼ਾਮ ਦੀ ਡਿਊਟੀ ਕਰਨੀ, ਦਿਨੇ ਬੱਚਿਆਂ ਨੂੰ ਪੜ੍ਹਾਉਣਾ। ਤੁਰਦੀ ਫਿਰਦੀ ਯੂਨੀਵਰਸਿਟੀ। ਅਤੇ ਇੱਕ ਮਹਾਂਪੁਰਖ ਹੁੰਦੇ ਨੇ ਉਹਨਾਂ ਨੂੰ ਕਹਿੰਦੇ ਨੇ ਜੰਗਮ। ਉਹ ਰੱਬ ਦੇ ਫਕੀਰ ਨਾਮ ਜਪਣ ਵਾਲੇ ਥੋੜੇ ਹੈਣ ਬਿਰਲੇ ਨਾਹੀਂ ਘੜੇ ਫੈੜ ਫਕੜ ਸੰਸਾਰ। ਅਤੇ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਨੇ 5-4 ਸਿੱਖ ਨਾਲ ਲਏ। ਲਾਹੌਰ ਦੀ ਸੰਗਤ ਦੀ ਬੇਨਤੀ ਪ੍ਰਵਾਨ ਕਰਦਿਆਂ ਜੇ ਲਾਹੌਰ ਦੀ ਧਰਤੀ ਉੱਤੇ ਆਪਣੇ ਮੁਬਾਰਕ ਚਰਨ ਪਾਏ ਗੁਰੂ ਜੀ ਨੇ। ਸੁਬਾਹ ਅੰਮ੍ਰਿਤ ਵੇਲੇ ਇਸੇ ਤਰ੍ਹਾਂ ਸ੍ਰੀ ਆਸਾ ਜੀ ਦੀ ਵਾਰ ਦਾ ਕੀਰਤਨ ਹੁੰਦਾ। ਹਰ ਇੱਕ ਘਰ ਘਰ ਦੇ ਵਿੱਚ ਬੜੀ ਵੱਡੀ ਮਹਾਨਤਾ ਹੈ ਆਸਾ ਜੀ ਦੀ ਵਾਰ ਦੇ ਕੀਰਤਨ ਦੀ। ਕਹਿੰਦੇ ਉਸ ਧਰਤੀ ਉੱਤੇ ਕੀਰਤਨ ਹੁੰਦਾ ਜਿਸ ਧਰਤੀ ਦੇ ਬਹੁਤੇ ਪੁੰਨ ਕੀਤੇ ਹੋਣ, ਉਸ ਧਰਤੀ ਦੇ ਉੱਤੇ। ਅਤੇ ਅੱਜ ਦੇ ਸਮੇਂ ਵਿੱਚ ਇਹਨੂੰ ਕੀਰਤਨ ਨੂੰ ਮਹਾਰਾਜ ਜੀ ਨੇ ਕਿਹਾ ਕਿ ਇਹ ਕਲਯੁਗ ਮੈਂ ਕੀਰਤਨ ਪ੍ਰਧਾਨਾ ਗੁਰਮੁਖ ਜਪੀਐ ਲਾਏ ਧਿਆਨਾ। ਕਹਿੰਦੇ ਪ੍ਰਧਾਨਤਾ ਬਖਸ਼ੀ ਹੈ ਕੀਰਤਨ ਨੂੰ। ਕਿਉਂ? ਕਿਉਂਕਿ ਇਹਦੇ ਵਿੱਚ ਮਨ ਜਿਹੜਾ ਸਹਿਜੇ ਜੁੜ ਜਾਂਦਾ ਹੈ ਕੀਰਤਨ ਦੇ ਵਿੱਚ। ਕੀਰਤਨ ਇੱਕ ਭਗਤੀ ਹੈ। 9 ਪ੍ਰਕਾਰ ਦੀ ਭਗਤੀ ਵਿੱਚੋਂ ਇੱਕ ਕੀਰਤਨ ਭਗਤੀ ਹੈ। ਸੱਚੇ ਪਾਤਸ਼ਾਹ ਕਹਿੰਦੇ ਕੀਰਤਨ ਕਰਨਾ ਇੱਕ ਭਗਤੀ ਹੈ, ਕੀਰਤਨ ਸੁਣਨਾ ਇੱਕ ਭਗਤੀ ਹੈ। ਮਹਾਰਾਜ ਜੀ ਕਹਿੰਦੇ ਜਦੋਂ ਕੀਰਤਨ ਦੇ ਵਿੱਚ ਕਿਤੇ ਮਨ ਜੁੜ ਜਾਵੇ ਨਾ, ਬੈਠ ਕੇ ਸ਼ਬਦੀ ਵਿਚਾਰ ਦੇ ਨਾਲ ਚੱਲ ਪਵੇ, ਜਿਵੇਂ ਸਾਖੀ ਚੱਲ ਪਈ ਉਹਦੇ ਨਾਲ ਨਾਲ ਆਪਣਾ ਮਨ ਚੱਲੇ ਵੀ ਇਸ ਵਕਤ ਗੁਰੂ ਅਰਜਨ ਦੇਵ ਮਹਾਰਾਜ ਜੀ ਕਿੱਥੇ ਬੈਠੇ ਸਨ। ਜਦੋਂ ਐਂ ਧਿਆਨ ਜੁੜ ਗਿਆ, ਇਹ ਨਾ ਹੋਵੇ ਵੀ ਸਰੀਰ ਇੱਥੇ ਬੈਠਾ ਮਨ ਕਿਤੇ ਹੋਰ ਫਿਰਦਾ ਹੈ। ਮਹਾਰਾਜ ਜੀ ਕਹਿੰਦੇ ਫੇਰ ਨਹੀਂ ਭਗਤੀ ਹੈ, ਭਗਤੀ ਕਰਨ ਦੇ ਵੀ ਸਾਧਨ ਹੈ। ਅਤੇ ਰੋਜ਼ ਅੰਮ੍ਰਿਤ ਵੇਲੇ ਇੱਕ ਘਰ ਆਸਾ ਜੀ ਦੀ ਵਾਰ ਦਾ ਕੀਰਤਨ ਹੁੰਦਾ, ਫਿਰ ਸੰਗਤ ਮੁਬਾਰਕ ਚਰਨ ਪਾਉਂਦੀ ਹੈ, ਫਿਰ ਉੱਥੇ ਲੰਗਰ ਪਾਣੀ ਤਿਆਰ ਹੁੰਦਾ ਹੈ, ਸੰਗਤ ਦੀ ਅਰਦਾਸ ਕੀਤੀ ਜਾਂਦੀ ਹੈ, ਮਨੋਕਾਮਨਾ ਪੂਰੀ ਹੁੰਦੀ ਹੈ, ਗੁਰੂ ਕਰਦਾ ਹੈ। ਅੱਜ ਕੀਰਤਨ ਹੁੰਦਾ, ਅਗਲੇ ਦਿਨ ਅਗਲੇ ਘਰ ਕੀਰਤਨ ਹੁੰਦਾ, ਸੰਗਤਾਂ ਬੜੀਆਂ ਜੁੜਦੀਆਂ ਨੇ, ਗੁਰੂ ਜੀ ਦੇ ਬਚਨ ਸੁਣਦੀਆਂ ਨੇ, ਅਤੇ ਨਾਲੇ ਆ ਕੇ ਗੁਰੂ ਜੀ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਦੇ ਆ, ਸੱਚੇ ਪਾਤਸ਼ਾਹ ਤੂੰ ਧੰਨ ਹੈ। ਅੱਜ ਉਹ ਜੰਗਮ ਤੀਰਥ ਬਣ ਕੇ ਜਿਹੜਾ ਨਾ ਆ ਕੇ ਤਾਰਦਾ। ਗੁਰਬਾਣੀ ਵਿੱਚ ਮਹਾਰਾਜ ਜੀ ਫਰਮਾਨ ਕਰ ਦਿੰਦੇ, ਦੱਸਦੇ ਗੁਰਦੇਵ ਪੜ੍ਹਦੇ ਹੁੰਦੇ, ਜੰਗਮ ਤੀਰਥ ਹੁੰਦੇ ਨੇ ਸਾਧੂ, ਘਰ ਘਰ ਜਾ ਕੇ ਤਾਰ ਦੋ। ਜੰਗਮ ਤੀਰਥ ਹੁੰਦੇ ਨੇ ਸਾਧੂ, ਘਰ ਘਰ ਜਾ ਕੇ ਤਾਰ ਦੋ। ਤੀਰਥ ਹੁੰਦੇ ਨੇ ਸਾਧੂ, ਘਰ ਘਰ ਜਾ ਕੇ ਤਾਰ ਦੋ। ਜੰਗਮ ਤੀਰਥ ਹੁੰਦੇ ਨੇ
ਕਾਰੋ ਕਰ ਜਾ ਕੇ ਤਾਰ ਦੇ ਤੀਰਥੋਂ ਦੇ ਨੇ ਸਾਧੂ ਕਰ ਕਰ ਜਾ ਕੇ ਤਾਰ ਦੇ ਜੰਗਮ ਤੀਰਥੋਂ ਦੇ ਨੇ ਸਾਧੂ ਕਰ ਕਰ ਜਾ ਕੇ ਤਾਰ ਦੇ। ਮਹਾਰਾਜ ਜੀ ਕਹਿੰਦੇ ਜੰਗਮ ਤੁਰ ਕੇ ਹਰਕ ਦਾ ਭਲਾ ਕਰਨਾ, ਇਹ ਰੱਬ ਦੇ ਫਕੀਰ ਜਿਵੇਂ ਪੁਰਾਣੇ ਸਮੇਂ ਵਿੱਚ ਦੱਸਦੇ, ਕਹਿੰਦੇ ਸਾਧੂਆਂ ਦੀ ਜਮਾਤ ਆਉਂਦੀ 12 ਸਾਲਾਂ ਬਾਅਦ ਜਮਾਤ ਹਰਿਦੁਆਰ ਤੋਂ ਚੱਲਦੀ। ਉਹ ਅੱਜ ਆਹ ਨਗਰ ਦਾ ਭਲਾ ਕਰਿਆ, ਅੱਜ ਆਹ ਨਗਰ ਵਿੱਚ ਜਾ ਕੇ ਉਹਨਾਂ ਨੇ ਕਥਾ ਕੀਰਤਨ ਕਰਿਆ, ਬਾਣੀ ਪੜ੍ਹੀ, ਨਗਰ ਦੇ ਭਲੇ ਵਾਸਤੇ ਅਰਦਾਸ ਕਰੀ, ਨਗਰ ਦੀ ਪਰਿਕਰਮਾ ਕਰੀ। ਸਾਧੂ ਮਹਾਂਪੁਰਖ ਹੁੰਦੇ ਹੀ ਆਉਂਦੇ ਹੀ ਭਲੇ ਵਾਸਤੇ ਨੇ, ਉਹਨਾਂ ਨੇ ਹੋਰ ਲੈਣਾ ਵੀ ਕੀ ਹੈ ਕਿਸੇ ਤੋਂ, ਦੁਨੀਆ ਦੇ ਲੋਕਾਂ ਤੋਂ ਨਹੀਂ ਕੁਛ ਲੈਣਾ। ਜੇ ਲੈਣਾ ਤਾਂ ਉਹਨਾਂ ਨੇ ਪਰਮਾਤਮਾ ਤੋਂ ਲੈਣਾ, ਜਿਹੜਾ ਇੱਕ ਵਾਰੀ ਦੇ ਕੇ ਮੁੱਕਰੇ ਨਾ, ਕਹਿੰਦਾ ਨਹੀਂ ਮੁੜ ਕੇ ਵੀ ਧਾਰੋ ਇੱਥੇ ਮੇਰੀ ਚੀਜ਼ ਜਿਹੜੀ ਤੂੰ ਲਈ ਸੀ। ਪਰਮਾਤਮਾ ਨਹੀਂ ਕਹਿੰਦਾ ਹੈ। ਮਹਾਂਪੁਰਖ ਰੱਬ ਦੇ ਫਕੀਰ ਸਾਧੂ ਜਨ ਗੁਰੂ ਪੀਰ ਆਉਂਦੇ ਹੀ ਭਲੇ ਵਾਸਤੇ ਨੇ। ਕਹਿੰਦੇ 4 ਚੀਜ਼ਾਂ ਇਹ ਭਲੇ ਵਾਸਤੇ ਆਉਂਦੀਆਂ, ਤਰਵਰ ਸਰਵਰ ਸੰਤ ਜਨ, ਚੌਥੇ ਬਾਦਲ ਮੇਹੇ, ਪਰੋਪਕਾਰ ਕੇ ਕਾਰਣੇ, ਚੌਹਾਂ ਧਾਰੀ ਦੇ। ਸਰਵਰ ਕਹੀਏ ਸਰੋਵਰ, ਗੁਰੂ ਘਰਾਂ ਵਿੱਚ ਸਰੋਵਰ ਬਣੇ ਹੁੰਦੇ ਨੇ ਨਾ, ਉੱਥੇ ਲੋਕ ਇਸ਼ਨਾਨ ਕਰਦੇ ਹੈ। ਪਰ ਤੁਸੀਂ ਕਿਸੇ ਬੰਦੇ ਨੇ ਦੇਖਿਆ ਵੀ ਸਰੋਵਰ ਆਪਣਾ ਪਾਣੀ ਆਪ ਪੀਂਦਾ? ਨਹੀਂ ਨਾ, ਆਪਣਾ ਪਾਣੀ ਪੀਂਦਾ। ਮਰਜੀ ਕਹਿੰਦੇ ਉਹ ਕਾਹਦੇ ਵਾਸਤੇ? ਉਹ ਭਲੇ ਵਾਸਤੇ। ਉਹ ਸਰੋਵਰ ਦੇ ਵਿੱਚ ਭਾਵੇਂ ਕੋਈ ਗਰੀਬ ਆ ਕੇ ਨਹਾ ਲੇ, ਭਾਵੇਂ ਅਮੀਰ ਨਹਾ ਲੇ, ਭਾਵੇਂ ਇੱਕ ਮੈਲ ਕੁਚੈਲ ਦਾ ਲਿਬੜਿਆ ਹੋਇਆ ਬੰਦਾ ਨਹਾ ਲੇ, ਭਾਵੇਂ ਕਿਸੇ ਨੂੰ ਬਿਮਾਰੀ ਲੱਗੀ ਆ ਉਹ ਨਹਾ ਲੇ, ਉਹਦਾ ਵੀ ਠੀਕ ਹੋ ਜਾਂਦਾ ਦੁੱਖ ਰੋਗ। ਤਰਵਰ, ਤਰਵਰ ਕਹੀਏ ਦਰਖਤ, ਦਰਖਤ ਜਿਹੜਾ ਆਪਣੀ ਛਾਂ ਆਪ ਨਹੀਂ ਮੰਨਦਾ। ਦਰਖਤ ਥੱਲੇ ਤੁਸੀਂ ਬਹਿ ਜਾਓ, ਗਰਮੀ ਦਾ ਜੇਠ ਹਾੜ ਦਾ ਮਹੀਨਾ ਹੋਵੇ, ਹਵਾ ਚੱਲਦੀ ਹੋਵੇ, ਜਦੋਂ ਤੁਸੀਂ ਦਰਖਤ ਥੱਲੇ ਬੈਠੋਗੇ ਨਾ ਉਹ ਸ਼ਾਂਤੀ ਦੇ ਦੂਗਾ। ਮੀਂਹ ਆ ਗਿਆ, ਦਰਖਤ ਆਪਣੇ ਉੱਪਰ ਝੱਲੀ ਜਾਊਗਾ, ਥੱਲੇ ਬੈਠਣ ਵਾਲੇ ਨੂੰ ਮੀਂਹ ਨਹੀਂ ਲੱਗਣ ਦਿੰਦਾ। ਗੜੇ ਪੈਣ ਤਾਂ ਵੀ ਤੁਸੀਂ ਦਰਖਤ ਥੱਲੇ, ਸੰਘਣੇ ਦਰਖਤ ਥੱਲੇ ਬਹਿ ਜਾਓ ਅਤੇ ਉੱਥੇ ਦੇਖੋ ਕਿੰਨਾ ਆਨੰਦ ਹੈ। ਤਰਵਰ ਅਤੇ ਸਰਵਰ, ਸਰੋਵਰ ਇੱਕ ਦਰਖਤ, ਇੱਕ ਸੰਤ ਜਨ ਸਾਧੂ ਮਹਾਂਪੁਰਖ, ਇਹ ਪਰੋਪਕਾਰ ਵਾਸਤੇ ਘਰ ਬਾਰ ਛੱਡ ਦਿੰਦੇ ਨੇ। ਉਹ ਕਹਿੰਦੇ ਆਪਾਂ ਲੋਕਾਂ ਦਾ ਭਲਾ ਕਰਨਾ, ਆਪ ਦਾ ਭਲਾ ਵੀ ਹੈ ਨਾਲੇ ਲੋਕਾਂ ਦਾ ਵੀ ਭਲਾ ਕਰਦੇ ਨੇ। ਅਤੇ ਚੌਥਾ ਬਾਦਲ ਮੇਹ, ਇੱਕ ਬੱਦਲ ਹੁੰਦਾ ਹੈ। ਕਹਿੰਦੇ ਜੇ ਹੁਣ ਜਿਹੜਾ ਬੱਦਲ ਹੈ ਉਹ ਪਰਮਾਤਮਾ ਦੇ ਭੈ ਦੇ ਵਿੱਚ ਹੈ। ਜੇ ਕੋਈ ਕਹੇ ਵੀ ਬੱਦਲ ਚੜ੍ਹਿਆ ਕੇਵਲ ਇਕੱਲੇ ਮੇਰੇ ਖੇਤ ਵਿੱਚ ਹੀ ਮੀਂਹ ਪਵੇ, ਉਹ ਕਹੇ ਮੇਰੇ ਖੇਤ ਵਿੱਚ ਹੀ ਮੀਂਹ ਪਵੇ, ਨਹੀਂ, ਉਹ ਪਰਮਾਤਮਾ ਦੀ ਭਗਤੀ ਦੇ ਵਿੱਚ, ਉਹ ਪਰਮਾਤਮਾ ਦੀ ਮੌਜ ਦੇ ਵਿੱਚ ਹੈ। ਜਿੱਥੇ ਰੱਬ ਨੇ ਹੁਕਮ ਕਰਤਾ ਉੱਥੇ ਜਾ ਕੇ ਉਹਨੇ, ਜਿੱਥੇ ਬੱਦਲ ਵਰਸ਼ ਗਿਆ ਉੱਥੇ ਫਿਰ ਜੈ ਜੈਕਾਰ ਹੋ ਜਾਂਦੀ ਹੈ। ਚੌਥੇ ਬਾਦਲ ਮੇ ਪਰੋਪਕਾਰ ਕੇ ਕਾਰਣੇ, ਚੌਹਾਂ ਧਾਰੀ ਦੇ। ਕਹਿੰਦੇ 4 ਬੰਦਿਆਂ 4 ਚੀਜ਼ਾਂ ਨੇ ਨਾ ਪਰੋਪਕਾਰ ਵਾਸਤੇ ਹੀ ਆਪਣੀ ਦੇਹ ਰੂਪੀ ਸਰੀਰ ਜਿਹੜਾ ਨਾ ਇਹ ਧਾਰਨ ਕੀਤਾ ਹੈ। ਹੁਣ ਗੁਰੂ ਜੀ ਕੀਰਤਨ ਕਰਦੇ ਨੇ, ਹਜ਼ੂਰੀ ਵਿੱਚ ਬਹਿੰਦੇ ਨੇ, ਚੌਰ ਹੁੰਦਾ ਮਹਾਰਾਜ ਦੇ ਉੱਤੇ, ਅਤੇ 2 ਰਾਗੀ ਨੇ ਭਾਈ ਸੱਤਾ ਅਤੇ ਬਲਵੰਡਾ, ਉਹ ਕੀਰਤਨ ਕਰਦੇ ਨੇ ਕੋਲ ਬੈਠ ਕੇ। ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਸੰਗਤ ਨੂੰ ਤਾਰਦੇ ਹੈ, ਸਮਾਪਤੀ ਹੋ ਜਾਂਦੀ ਹੈ, ਅਰਦਾਸ ਹੋ ਜਾਂਦੀ ਹੈ। ਉਸ ਤੋਂ ਬਾਅਦ ਫਿਰ ਪ੍ਰਸ਼ਾਦ ਵਰਤਾਇਆ ਜਾਂਦਾ ਹੈ, ਫਿਰ ਗੁਰੂ ਕਾ ਲੰਗਰ ਵਰਤਾਇਆ ਜਾਂਦਾ। ਅਗਲੇ ਦਿਨ ਫਿਰ ਅਗਲਾ ਟਾਈਮ ਮੰਗ ਲੈਂਦਾ, ਮਹਾਰਾਜ ਕੱਲ੍ਹ ਨੂੰ ਸਾਡੇ ਘਰ ਕਿਰਪਾ ਕਰ ਦਿਓ। ਮਹਾਰਾਜ ਜੀ ਕਹਿ ਦਿੰਦੇ ਨੇ, ਸਿੱਖ ਕਹਿ ਦਿੰਦੇ ਨੇ ਕੋਈ ਨਹੀਂ, ਕਰੋ ਤਿਆਰੀ, ਅਗਲੇ ਦਿਨ ਤੁਹਾਡੇ ਘਰ ਆ ਜਾਵਾਂਗੇ। ਹੁਣ ਉੱਥੋਂ ਦੇ ਰਹਿਣ ਵਾਲੇ 2 ਪਿਓ ਅਤੇ ਪੁੱਤਰ, ਅਤੇ ਘਰ ਦੇ ਵਿੱਚ ਗਰੀਬੀ ਬਹੁਤ ਜ਼ਿਆਦਾ ਹੈ। ਕਿਤੇ ਦਿਹਾੜੀ ਮਿਲ ਜਾਂਦੀ ਹੈ, ਜਦੋਂ ਕਿਤੇ ਦਿਹਾੜੀ ਮਿਲ ਜਾਂਦੀ ਹੈ ਉਹਦੇ ਨਾਲ 2-4 ਦਿਨ ਕੱਢ ਲੈਂਦੇ ਨੇ। ਉਹ ਆਟਾ ਲਿਆ ਕੇ ਉਹਦੇ ਵਿੱਚ ਲੂਣ ਪਾ ਲੈਂਦੇ ਨੇ, ਉਹਦੇ 5-4 ਪ੍ਰਸ਼ਾਦੇ ਬਣਾ ਦਿੰਦੇ, ਇੱਕ ਇੱਕ ਕਰਕੇ ਛਕ ਲੈਂਦੇ ਨੇ। ਬਹੁਤ ਜ਼ਿਆਦਾ ਗਰੀਬੀ ਹੈ। ਅਤੇ ਉਹਨਾਂ ਦੇ ਮਨ ਦੇ ਵਿੱਚ ਵੀ ਜਿੱਥੇ ਕਿਤੇ ਕੀਰਤਨ ਹੁੰਦਾ ਉੱਥੇ ਜਾਂਦੇ ਨੇ ਭੱਜ ਕੇ ਜਾ ਕੇ ਮਹਾਰਾਜ ਦੇ ਦਰਸ਼ਨ ਕਰਦੇ ਨੇ। ਅਤੇ ਗਰੀਬੀ ਦੇ ਕਾਰਨ ਡਰਦੇ ਮਾਰੇ ਸਾਡੇ ਕੱਪੜੇ ਵੀ ਪਾਟੇ ਹੋਏ ਨੇ, ਵੀ ਕੀ ਕਰੀਏ ਜੇ ਅਸੀਂ ਅੱਗੇ ਬਹਿ ਗਏ ਸਾਨੂੰ ਕੋਈ ਕਿਤੇ ਕੋਈ ਡੱਕਰ ਨਾ ਦੇਵੇ। ਉਹ ਜਿੱਥੇ ਸੰਗਤ ਦੇ ਜੋੜੇ ਲਾਏ ਹੁੰਦੇ ਨੇ ਉੱਥੇ ਹੀ ਬਹਿ ਜਾਂਦੇ ਨੇ, ਉੱਥੇ ਕੀਰਤਨ ਦਾ ਆਨੰਦ ਮਾਣਦੇ ਨੇ। ਇਹ ਵੀ ਇੱਕ ਨਿਮਰਤਾ ਹੈ। ਸਤਿਗੁਰੂ ਅਰਜਨ ਦੇਵ ਮਹਾਰਾਜ ਜੀ ਕੀਰਤਨ ਜਿਹੜਾ ਉਹ ਸੁਣਦੇ ਨੇ, ਸੱਤਾ ਅਤੇ ਬਲਵੰਡਾ ਕੀਰਤਨ ਕਰਦੇ ਨੇ, ਪਰ ਤਾਰ ਗੁਰੂ ਅਰਜਨ ਦੇਵ ਮਹਾਰਾਜ ਜੀ ਸਾਹਮਣੇ ਜੋੜਿਆਂ 'ਚ ਬੈਠੇ ਉਹਨਾਂ ਸਿੱਖਾਂ ਦੇ ਕੰਨੀ ਧਿਆਨ ਹੈ। ਦੇਖੋ ਉਹ ਕਿੰਨੀ ਗਰੀਬੀ ਮਨ ਵਿੱਚ ਹੈ।
ਤੇ ਇੱਕ ਦਿਨ ਫਿਰ ਪਿਓ ਤੇ ਪੁੱਤਰ ਦੋਨੋਂ ਜਾਣੇ ਬੈਠੇ ਜੋੜਿਆਂ ਵਿੱਚ ਸਲਾਹ ਕਰ ਰਹੇ ਨੇ, ਮਹਾਰਾਜ ਨੂੰ ਆਪਾਂ ਵੀ ਬੇਨਤੀ ਕਰੀਏ, ਆਪਣੇ ਘਰ ਆ ਜਾਣਗੇ। ਸਮਣ ਕਹਿਣ ਲੱਗਿਆ ਆਪਣੇ ਪੁੱਤਰ ਮੂਸਣ ਨੂੰ, ਪੁੱਤਰਾ ਬੇਨਤੀ ਕਰ ਦਿੰਨੇ ਆ, ਮਹਾਰਾਜ ਆ ਜਾਣਗੇ। ਜਿੱਦੇ ਮਹਾਰਾਜ ਜੀ ਆਏ ਸੀ ਉਹਦੇ ਮਹਾਰਾਜ ਨੇ 10 ਕੁ ਸਿੱਖ ਸੀ, ਅੱਜ 50-60 ਹੋ ਗਏ। ਜਦੋਂ ਨੂੰ ਆਪਾਂ ਨੂੰ ਟਾਈਮ ਦੇਤਾ ਉਦੋਂ ਨੂੰ 60-70 ਹੋ ਜਾਣਗੇ ਘੱਟ ਤੋਂ ਘੱਟ ਸਿੱਖ। ਤੇ ਆਪਣੇ ਘਰ ਤਾਂ ਚੂਹੇ ਵੀ ਭੁੱਖੇ ਮਰਦੇ ਨੇ, ਆਪਾਂ ਨੂੰ ਇੱਕ ਡੰਗ ਦਾ ਪ੍ਰਸ਼ਾਦਾ ਮਸਾਂ ਤਿਆਰ ਹੁੰਦਾ। ਪੁੱਤਰਾ ਆਪਾਂ ਕਿਵੇਂ ਗੁਰੂ ਦੀ ਸੇਵਾ ਕਰਾਂਗੇ? ਉਸ ਪਿਤਾ ਨੇ ਕਿਹਾ, ਪੁੱਤਰਾ ਗੁਰੂ ਜੀ ਤਾਂ ਆ ਜਾਣਗੇ, ਗੁਰੂ ਜੀ ਦੇ ਘਰ ਦੇ ਵਿੱਚ ਕੋਈ ਜਵਾਬ ਨਹੀਂ, ਤੂੰ ਗੱਲ ਕਰ ਰਿਹਾ, ਤੇਰੀ ਗੱਲ ਗੁਰੂ ਕੋਲੇ ਪਹੁੰਚ ਗਈ। ਅੱਛਾ, ਜਿਵੇਂ ਅੱਜ ਦੇ ਆ ਦੇਖੋ ਫੋਨ ਨੇ ਹਰ ਇੱਕ ਕੋਲੇ, ਪੁਰਾਣੇ ਪਹਿਲਾਂ ਸਮੇਂ ਜਦੋਂ ਫੋਨ ਚੱਲੇ ਉਦੋਂ ਤਾਰ ਜੀ ਵਾਲੇ ਹੁੰਦੇ ਨਾ, ਘਰ ਦੇ ਵਿੱਚ ਪਿਆ ਹੁੰਦਾ, ਉਹ ਤਾਰ ਦੇ ਨਾਲ ਬੰਨਿਆ ਹੋਇਆ ਫੋਨ 'ਚ। ਉਦੋਂ ਬਾਅਦ ਸਾਇੰਸ ਨੇ ਹੋਰ ਤਰੱਕੀ ਕਰ ਲਈ, ਆ ਬਿਨਾਂ ਤਾਰ ਤੋਂ ਚਲਾਤੇ ਮੋਬਾਈਲ ਹਰ ਇੱਕ ਦੀ ਜੇਬ ਵਿੱਚ, ਜਿੱਥੇ ਕੋਈ ਮਰਜ਼ੀ ਬੈਠਾ ਉੱਥੇ ਗੱਲ ਹੋ ਜਾਂਦੀ ਹੈ। ਉਸ ਪਿਤਾ ਨੇ ਕਿਹਾ, ਪੁੱਤਰਾ ਭਾਵੇਂ ਗੁਰੂ ਅਰਜਨ ਦੇਵ ਮਹਾਰਾਜ ਜੀ ਕੋਲੇ ਤਾਰ ਵਾਲਾ ਫੋਨ ਨਹੀਂ ਹੈ, ਪਰ ਆਪਣੀ ਗੱਲ ਗੁਰੂ ਅਰਜਨ ਦੇਵ ਮਹਾਰਾਜ ਜੀ ਕੋਲੇ ਜਾਂਦੀ ਹੈ। ਮੇਰੀ ਯਾਦ ਦੀ ਪੱਟੀ ਉੱਤੇ ਲਿਖੇ ਹੋਏ ਨੇ, ਚੋਜ ਚੋਜੀਆ ਤੇਰੇ ਭੁੱਲਦੇ ਨਹੀਂ, ਤੇਰੀ ਪ੍ਰੀਤ ਦੇ ਪਏ ਜੋ ਪੇਚ ਪੀਚੇ, ਲੱਖਾਂ ਸਮਾਂ ਦੇ ਨੌਹਾਂ ਨਾਲ ਖੁੱਲਦੇ ਨਹੀਂ, ਲੱਖਾਂ ਜੁਗ ਬਜ਼ੁਰਗੀ ਦੇ ਕਾਰਨ ਆਵੇ, ਤੇਰੇ ਇੱਕ ਵੀ ਕੌਂਤਕ ਦੇ ਤੁੱਲਦੇ ਨਹੀਂ, ਛਤਰ ਧਾਰੀਆਂ ਦੇ ਲੱਖਾਂ ਛਤ ਸਿਰ ਤੇ, ਬਾਜਾਂ ਵਾਲਿਆ ਤੇਰੀ ਪੈਰ ਦੀ ਜੁੱਤੀ ਦੇ ਮੁੱਲ ਦੇ ਨਹੀਂ। ਗੁਰੂ ਜੀ ਕੋਲੇ ਆਪਣੀ ਗੱਲ ਜਾਂਦੀ ਹੈ, ਪੁੱਤਰਾ ਜਿਹੜੀ ਆਪਾਂ ਕਰਦੇ ਆ ਨਾ ਉਹ ਜਾਣੀ ਜਾਣ ਹੈ। ਮਹਾਰਾਜ ਫਿਰ ਕਿਰਪਾ ਕਰੋ, ਸੱਚੇ ਪਾਤਸ਼ਾਹ ਨੂੰ ਕਹੋ। ਪਿਤਾ ਨੇ ਕਿਹਾ, ਪੁੱਤਰਾ ਉਹ ਗੁਰੂ ਦੇ ਚਰਨਾਂ ਵਿੱਚ ਜੇ ਕਿਰਪਾ ਹੋਗੀ, ਗੁਰੂ ਨੇ ਕਿਰਪਾ ਕਰਤੀ, ਭੋਜਨ ਵੀ ਉਹਦਾ ਹੈ, ਛਕਣਾ ਵੀ ਉਹਨੇ ਹੈ, ਛਕਾਉਣਾ ਵੀ ਉਹਨੇ ਹੈ, ਪੈਸੇ ਵੀ ਉਹਨੇ ਦੇਣੇ ਹੈ, ਆਪਣਾ ਤਾਂ ਕੁਛ ਨਹੀਂ ਹੈ ਵਿੱਚ। ਆਪਾਂ ਤਾਂ ਸਿਰਫ ਇੱਕ ਗੁਰੂ ਨੇ ਆਪਾਂ ਨੂੰ ਮਾਣ ਦੇਣਾ, ਜਿੱਦੇ ਗੁਰੂ ਦੇ ਚਰਨਾਂ ਵਿੱਚ ਸੇਵਾ ਪ੍ਰਵਾਨ ਹੋਊਗੀ ਉਹਦੇ ਆਪੇ ਭੋਜਨ ਛਕ ਲੂ। ਪੁੱਤਰ ਬਹੁਤਾ ਖੜਾ ਕਰ, ਜਦੋਂ ਕੀਰਤਨ ਹੁੰਦਾ ਨਾ ਬੜਾ ਖੁਸ਼ ਹੁੰਦਾ ਪੁੱਤਰ, ਤੇ ਜਦੋਂ ਸੰਗਤ ਜੁੜਦੀ ਹੈ ਉਦੋਂ ਬੜਾ ਮਨ ਖੁਸ਼ ਹੁੰਦਾ ਪੁੱਤਰ ਦਾ। ਸੱਚੇ ਪਾਤਸ਼ਾਹ ਕਿਰਪਾ ਕਰ ਦਿਓ। ਉਸ ਪਿਤਾ ਨੇ ਕਿਹਾ, ਉਹਦੀ ਤਾਂ ਤਾਰ ਜੀ ਗੁਰਾਂ ਦੇ ਕੋਲੇ ਪਹੁੰਚਦੀ, ਸੱਚੇ ਦਿਲੋਂ ਜਾਦ ਜੋ, ਉਹਦੀ ਤਾਰ ਦਾ ਗੁਰਾਂ ਦੇ ਕੋਲੇ ਪਹੁੰਚਦੀ, ਸੱਚੇ ਦਿਲੋਂ ਜਾਦ ਜੋ ਕਰੇ, ਉਹਦੀ ਤਾਰ ਗੁਰਾਂ ਦੇ ਕੋਲੇ ਪਹੁੰਚਦੀ, ਉਹ ਸੱਚੇ ਦਿਲੋਂ ਜਾਦ ਜੋ ਕਰੇ, ਉਹਦੀ ਤਾਰ ਗੁਰਾਂ ਦੇ ਕੋਲੇ ਪਹੁੰਚਦੀ, ਉਹ ਸੱਚੇ ਦਿਲੋਂ ਜਾਦ ਜੋ ਕਰੇ, ਉਹਦੀ ਤਾਰ ਗੁਰਾਂ ਦੇ ਕੋਲ ਪਹੁੰਚਦੀ, ਸੱਚੇ ਦਿਲੋਂ ਜਾਦ ਜੋ ਕਰੇ, ਉਹਦੀ ਤਾਰ ਗੁਰਾਂ ਦੇ ਕੋਲ ਪਹੁੰਚਦੀ, ਸੱਚੇ ਦਿਲੋਂ ਜਾਦ ਜੋ ਕਰੇ। ਫਿਰ ਪਿਤਾ ਨੇ ਕਿਹਾ, ਪੁੱਤਰਾ ਐਂ ਕਰ, ਤੂੰ ਘਰ ਵਿੱਚ ਨਿਗਾਹ ਮਾਰ, ਆਪਣੇ ਪੀਪੇ 'ਚ ਦੇਖ ਕਿੰਨਾ ਕੱਟ ਹੈ। ਕਹਿੰਦਾ, ਪਿਤਾ ਜੀ ਪੀਪਾ ਤਾਂ ਮਾਤਾ ਜੀ ਸ਼ਾਮ ਨੂੰ ਖਾਲੀ ਕਰ ਦਿੰਦੇ ਨੇ, ਕਿਉਂਕਿ ਦੂਜੇ ਤੀਜੇ ਦਿਨ ਮਸਾਂ ਦਿਹਾੜੀ ਕਿਤੇ ਮਿਲਦੀ ਹੈ, ਉਹਨਾਂ ਕਾਟਾ ਲਿਆਉਣੇ ਉਹ ਖਤਮ ਹੋ ਜਾਂਦਾ। ਫਿਰ ਦੇਖ ਸਿੱਖ ਗਿਣ ਕਿੰਨੀ ਹੈ, ਸੰਗਤ ਗਿਣ ਕੇ ਅੰਦਰ ਗੁਰੂ ਜੀ ਕੋਲੇ ਕਿੰਨੀ ਬੈਠੀ ਹੈ, ਉਹਨਾਂ ਨੂੰ ਭੋਜਨ ਜਦੋਂ ਆਸਾ ਦੀ ਵਾਰ ਦਾ ਕੀਰਤਨ ਹੋਇਆ, ਭੋਜਨ ਤਾਂ ਛਕਾਉਣਾ ਪਊਗਾ। ਚਲੋ ਨਾ ਭੋਜਨ ਛਕਾਈਏ ਆਪਾਂ, ਫਿਰ ਆਪਾਂ ਨੂੰ ਚਾਹ ਪਾਣੀ ਤਾਂ ਜਿਹੜਾ ਛਕਾਉਣਾ ਪਊ ਨਾ ਸੰਗਤ ਨੂੰ, 60-70 ਜਾਣੇ ਹੋ ਜਾਣਗੇ ਆਪਣੇ ਘਰ ਦੇ ਵਿੱਚ। ਤੇਰੇ ਖਿਆਲ ਬੜੇ ਵਧੀਆ ਨੇ, ਤੇਰੀ ਸੋਚਣੀ ਬੜੀ ਵਧੀਆ। ਪੁੱਤਰ ਨੂੰ, ਪਿਤਾ ਤੇ ਪੁੱਤਰ ਦੋਨੋਂ ਹੀ ਗੱਲਾਂ ਕਰਦੇ ਨੇ, ਤੇ ਗੁਰੂ ਅਰਜਨ ਦੇਵ ਮਹਾਰਾਜ ਜੀ ਬੈਠੇ ਨੇ, ਤੇ ਧਿਆਨ ਉਹਨਾਂ ਦੋਨਾਂ ਸਿੱਖਾਂ ਕੰਨੀ ਹੈ। ਤੇ ਪਿਤਾ ਨੇ ਕਿਹਾ, ਪੁੱਤਰਾ ਜੇ ਆਪਾਂ ਕਿਸੇ ਤੋਂ ਮੰਗਣ ਗਏ ਨਾ, ਮੰਗਣ ਕਹਿਣ ਲੱਗੇ ਆਪਾਂ ਨੂੰ, ਫਿਰ ਉਹਨਾਂ ਨੇ ਜਵਾਬ ਦੇ ਦੇਣਾ ਵੀ ਇਹ ਤਾਂ ਗਰੀਬ ਨੇ। ਗਰੀਬ ਨੂੰ ਅੱਜ ਦਾ ਸਮਾਂ ਵੀ ਦੇਖ ਲਓ ਪਿਆਰੋ, ਕੋਈ ਗਰੀਬ ਨੂੰ ਪੈਸਾ ਦੇ ਕੇ ਰਾਜੀ ਨਹੀਂ ਹੈ,
ਕਿਉਂ ਨਹੀਂ ਦਿੰਦਾ? ਉਹਦੇ ਵਿੱਚ ਇੱਕ ਕਾਰਨ ਹੈ। ਉਹ ਕਹਿੰਦੇ ਆ ਵੀ ਜੇ ਦੇਤਾ ਇੱਥੋਂ ਕਿਹੜਾ ਮੁੜਨਾ, ਦਿਹਾੜੀਦਾਰ ਹੈ, ਪਤਾ ਨਹੀਂ ਦੇਊਗਾ ਪਤਾ ਨਹੀਂ ਦੇਊਗਾ, ਇਹਨੇ ਕਿਹੜਾ ਦੇਣਾ। ਹਾਂ ਜੇ ਕੋਈ ਅਮੀਰ ਧਨਾੜ ਬੰਦੇ, ਜਾਓ ਨਿਰਧਨ ਸਰਦਨ ਕਹਿ ਜਾਏ, ਦੀਆ ਆਦਰ ਲੀਆ ਬੁਲਾਏ, ਨਿਰਧਨ ਸਰਦਨ ਦੋਨੋਂ ਭਾਈ, ਪ੍ਰਭ ਕੀ ਕਲਾ ਨਾ ਮਿੱਟੀ ਜਾਈ। ਕਹਿੰਦੇ ਗਰੀਬ ਦੇ ਘਰ ਕਿਤੇ ਕੋਈ ਮਾਇਆ ਧਾਰੀ ਬੰਦਾ ਆ ਜਾਵੇ, ਗਰੀਬ ਦੇ ਘਰ ਕੋਈ ਧਨ ਪਦਾਰਥ ਵਾਲਾ ਆ ਜਾਵੇ, ਨਾਲੇ ਉਹਦੇ ਪਤਾ ਉਹਦੇ ਘਰ ਆਏ ਨੇ ਕਿਹੜਾ ਆਪਾਂ ਨੂੰ ਦੇ ਕੇ ਜਾਂਦੇ। ਕਿਤੇ ਗਰੀਬ ਦੇ ਘਰ ਕੋਈ ਮਾਇਆ ਧਾਰੀ ਆ ਜਾਵੇ, ਗੁਰਬਾਣੀ 'ਚ ਮਹਾਰਾਜ ਜੀ ਨੇ ਸ਼ਲੋਕ ਲਿਖਿਆ, ਕਹਿੰਦੇ ਜਦੋਂ ਉਹ ਮਾਇਆ ਧਾਰੀ ਆਵੇ ਨੇ, ਲੀਆ ਆਦਰ ਲੀਆ ਦਿਆ ਬਿਠਾਏ, ਕਹਿੰਦੇ ਆਦਰ ਦੇ ਨਾਲ ਉਹਨੂੰ ਕਹੂਗਾ ਆਹ ਮੰਜੇ ਤੇ ਬੈਠ, ਕਿਤੇ ਕੁਛ ਕਰੂ ਕਿਤੇ ਕੁਛ ਕਰੂਗਾ। ਪਰ ਜੇ ਅਗਰ ਕਿਤੇ ਕੋਈ ਗਰੀਬ ਬੰਦਾ ਮਾਇਆ ਧਾਰੀ ਦੇ ਘਰ ਵਿੱਚ ਚਲਿਆ ਜਾਵੇ, ਧਨ ਪਦਾਰਥ ਵਾਲੇ ਦੇ ਘਰ ਦੇ ਵਿੱਚ ਕੋਈ ਮਾਇਆ ਧਾਰੀ ਬੰਦਾ ਚਲਿਆ ਜਾਵੇ, ਉਹ ਫਿਰ ਕੀ ਕਹਿੰਦਾ? ਕਹਿੰਦਾ ਇਹ ਨਿਰਧਰ ਬੰਦਾ, ਗਰੀਬ ਬੰਦਾ ਸਾਡੇ ਘਰ ਆਇਆ, ਇਹ ਕੁਝ ਨਾ ਕੁਝ ਮੰਗੂਗਾ। ਜਾਂ ਤਾਂ ਉਹ ਤੋਂ ਮੁੱਖ ਭਮਾ ਕੇ ਬਹਿ ਜਾਊਗਾ, ਪਰਾਂ ਨੂੰ ਮੂੰਹ ਕਰਕੇ ਬਹਿ ਜਾਊਗਾ, ਅਤੇ ਜਾਂ ਫਿਰ ਮਾੜੀ ਮੋਟੀ ਜੀ ਗੱਲ ਸਰਸਰੀ ਜੀ ਨਾਲ ਸੁਣੂਗਾ, ਪਰ ਕੁਛ ਦੇਖ ਕੇ ਨਹੀਂ ਰਾਜੀ ਹੈ। ਮਹਾਰਾਜ ਜੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਅਗਲੀ ਪੰਕਤੀ ਵਿੱਚ ਫੈਸਲਾ ਕਰਦੇ ਨੇ। ਇਹ ਜਿਹੜੀ ਆਖਰੀ ਪੰਕਤੀ ਹੈ, ਨਿਰਧਨ ਸਰਦਨ ਦੋਨੋਂ ਭਾਈ, ਕਹਿੰਦੇ ਇੱਕ ਗਰੀਬ ਤੇ ਇੱਕ ਅਮੀਰ ਹੈ, ਦੋਨੋਂ ਭਰਾ, ਪਰ ਉਹ ਕਾਹਦੇ ਨਾਲ ਪੈਸਾ ਹੋਇਆ ਵੱਡਾ ਹੋਇਆ? ਪਰਸੂ ਪਰਸਾ ਪਰਸਰਾਮ ਮਾਇਆ ਤੇਰੇ ਤੀਨ ਨਾਮ। ਕਹਿੰਦੇ ਬਸ ਉਹਦੇ ਕੋਲੇ 4 ਛਿੱਲੜਾ, ਉਹਦੇ ਕਰਕੇ ਉਹ ਵੱਡਾ ਹੈ। ਹੁਣ ਉਹ ਕਹਿਣ ਲੱਗਿਆ, ਪੁੱਤਰਾ ਜੇ ਆਪਾਂ ਕਿਸੇ ਕੋਲੇ ਮੰਗਣ ਵਾਸਤੇ ਗਏ ਨਾ, ਆਪਾਂ ਨੂੰ ਕਿਸੇ ਨੇ ਦੇਣਾ ਵੀ ਨਹੀਂ ਹੈ। ਦੂਜੀ ਗੱਲ ਪੁੱਤਰਾ, ਵੀ ਜਦੋਂ ਆਪਾਂ ਕਿਸੇ ਅੱਗੇ ਇਸ ਤਰ੍ਹਾਂ ਹੱਥ ਕਰਿਆ ਨਾ ਐਂ, ਫਿਰ ਗੁਰੂ ਨੂੰ ਲਾਜ ਹੈ। ਗੁਰੂ ਦੇ ਸਿੱਖ ਦਾ ਇਸ ਤਰ੍ਹਾਂ ਨਹੀਂ ਹੱਥ ਹੁੰਦਾ, ਕੋਈ ਵੀ ਸਿੱਖ ਹੈ ਗੁਰੂ ਦਾ, ਉਹਦਾ ਇਸ ਤਰ੍ਹਾਂ ਨਹੀਂ ਹੱਥ ਹੁੰਦਾ, ਉਹਦਾ ਇਸ ਤਰ੍ਹਾਂ ਹੱਥ ਹੈ। ਮਹਾਰਾਜ ਕਲਗੀਧਰ ਪਾਤਸ਼ਾਹ ਕਹਿੰਦੇ, ਸਿੱਖਾ ਤੇਰਾ ਹੱਥ ਐਂ ਹੋਵੇ ਐਂ ਨਾ ਹੋਵੇ, ਇਹ ਹੈ ਮੰਗਣ ਵਾਲਿਆਂ ਵਿੱਚ। ਤੇਰਾ ਹੱਥ ਜੇ ਇਸ ਤਰ੍ਹਾਂ ਹੈ ਨਾ, ਤਾਂ ਉਹ ਆ ਕੇ ਗੁਰੂ ਦੇ ਚਰਨਾਂ ਵਿੱਚ ਹੋਵੇ, ਆਸ ਦਾਤੇ ਦੇ ਚਰਨਾਂ ਵਿੱਚ ਆ ਕੇ ਨਾ ਇਸ ਤਰ੍ਹਾਂ ਹੱਥ ਹੋਵੇ ਤੇਰਾ ਵੀ, ਮਹਾਰਾਜ ਤੂੰ ਦੇ ਦੇ ਜਿਹੜਾ ਕੁਛ ਮਰਜ਼ੀ, ਤੇਰੀ ਮੌਜ ਹੈ। ਕਹਿੰਦੇ ਜਿਹੜਾ ਗਰੀਬ ਬੰਦਾ ਜੇ ਕਿਸੇ ਦੇ ਘਰ ਮੰਗਣ ਵਾਸਤੇ ਵੀ ਚਲਿਆ ਜਾਵੇ ਨਾ, ਫਿਰ ਉਹ ਲਿਖਿਆ ਸਾਰ ਕਿਤਾਬਲੀ ਵਾਲਿਓ, ਕਹਿੰਦੇ ਮੰਗਣ ਗਿਆ ਸੋ ਮਰ ਗਿਆ, ਮਰੇ ਸੋ ਮੰਗਣ ਜਾਏ। ਉਦੋਂ ਪਹਿਲਾਂ ਉਹ ਮਰਿਆ ਜੋ ਹੁੰਦੇ ਹੀ ਮੁੱਕਰ ਜਾਵੇ। ਘਰ ਵਿੱਚ ਸਭ ਕੁਝ ਪਿਆ ਹੋਵੇ, ਕਹਿ ਦੇ ਲੈ ਹੱਟਾ ਕੱਟਾ ਕਰਕੇ ਨਹੀਂ ਖਾ ਸਕਦਾ, ਹੈ ਨਹੀਂ ਸਾਡੇ ਘਰ, ਜਾ ਅੱਗੇ ਜਾ। ਕਹਿੰਦੇ ਹੈ ਘਰ ਵਿੱਚ ਸਭ ਕੁਝ। ਕਈ ਵਾਰੀ ਉਹ ਜਿਵੇਂ ਮੈਂ ਕਿਹਾ ਸੀ 24 ਘੰਟਿਆਂ 'ਚ ਕਹਿੰਦੇ ਇੱਕ ਬੋਲ ਪੂਰਾ ਹੋ ਜਾਂਦਾ, ਪਤਾ ਹੀ ਨਹੀਂ ਇਸ ਜਦੋਂ ਆਏ ਮੁੱਖ ਵਿੱਚੋਂ ਕਹਿਤਾ ਨਾ ਹੈ ਹੀ ਨਹੀਂ, ਉਹ ਪਤਾ ਹੀ ਨਹੀਂ ਪਰਮਾਤਮਾ ਦੀ ਕੀ ਦੇਵੇ ਨੇ, ਉਹ ਤੋਂ ਜੇ ਹੁੰਦਾ ਵੀ ਨਹੀਂ ਹੈ। ਹੁਣ ਦੋਨੋਂ ਪਿਓ ਤੇ ਪੁੱਤਰ ਰੋਂਦੇ ਨੇ, ਧਨ ਨਹੀਂ ਹੈ ਘਰ ਦੇ ਵਿੱਚ। ਕਹਿੰਦੇ ਹੁਣ ਕਰੀਏ ਕੀ, ਜਦੋਂ ਧਨ ਦੀ ਗਰੀਬੀ ਆਵੇ। ਜਦੋਂ ਕਹਿੰਦੇ ਧਨ ਨਹੀਂ ਨਾ ਘਰ ਦੇ ਵਿੱਚ, ਪੈਸਾ ਨਹੀਂ ਹੈ, ਜਿਹੜੇ ਸਕੇ ਸਕੇਲੇ ਨੇ, ਜਿਹੜੇ ਕਹਿੰਦੇ ਨੇ ਜੀ ਖੂਨ ਦਾ ਰਿਸ਼ਤਾ ਹੈ, ਅੱਜ ਬਹੁਤ ਕਹਿੰਦੇ ਖੂਨ ਦਾ, ਇਹ ਸਾਡੇ ਚਾਚੇ ਨੇ, ਤਾਏ ਨੇ, ਭਰਾ ਨੇ, ਸਾਡੇ ਨੇ ਜੀ ਇਹ, ਪਰ ਕੋਈ ਨਹੀਂ ਹੈ। ਸੰਗ ਸਖਾ ਸਭ ਤਜ ਗਏ, ਕਊ ਨਾ ਨਿਭਹਿਓ ਸਾਥ। ਕਹਿੰਦੇ ਨਾ ਕੋਈ ਚਾਚਾ, ਨਾ ਕੋਈ ਤਾਇਆ, ਨਾ ਕੋਈ ਭੂਆ, ਨਾ ਕੋਈ ਫੱਫੜ, ਕੋਈ ਨਹੀਂ, ਇਕੱਲਾ ਹੀ ਆਇਆ ਮਨੁੱਖ, ਤੈਨੂੰ ਹੀ ਕਰਨਾ ਪਊਗਾ ਇਹ। ਅੱਜ ਦਾ ਤਾਂ ਬਹੁਤਾ ਬੇੜਾ ਬੈਠ ਗਿਆ ਜ਼ਿਆਦਾ। ਪਰ ਗੁਰੂ ਜੀ ਕੀ ਕਹਿੰਦੇ ਨੇ? ਕਹਿੰਦੇ ਜਦੋਂ ਧਨ ਨਾ ਹੋਵੇ ਨਾ, ਮਨੁੱਖ ਕੋਲੇ ਪੈਸਾ ਨਾ ਹੋਵੇ, ਕਹਿੰਦੇ ਉਦੋਂ ਕਹਿੰਦਾ ਯਾਰ ਮੈਨੂੰ ਕੋਈ ਧਨ ਹੀ ਦੇ ਦਿਓ, ਕੋਈ ਪੈਸਾ ਦੇ ਦਿਓ। ਤੇ ਲਿਖਿਆ ਵਿਦਵਾਨ ਨੇ, ਸਾਡੇ ਬਾਪੁਰਖ ਪੜ੍ਹਦੇ ਹੁੰਦੇ ਜੀ, ਜਦੋਂ ਧਨ ਦੀ ਗਰੀਬੀ ਆਵੇ, ਉਹ ਦੁਨੀਆ ਤਾਂ ਮੁੱਖ ਮੋੜ ਗਈ। ਜਦੋਂ ਧਨ ਦੀ ਗਰੀਬੀ ਆਵੇ, ਦੁਨੀਆ ਤਾਂ ਮੁੱਖ ਮੋੜ ਗਈ। ਜਦੋਂ ਧਨ ਦੀ ਗਰੀਬੀ ਆਵੇ, ਦੁਨੀਆ ਤਾਂ ਮੁੱਖ ਮੋੜ ਗਈ। ਜਦੋਂ ਧਨ ਦੀ ਗਰੀਬੀ ਆਵੇ, ਦੁਨੀਆ ਮੁੱਖ ਮੋੜ ਗਈ। ਜਦੋਂ ਧਨ ਦੀ ਗਰੀਬੀ ਆਵੇ, ਦੁਨੀਆ ਮੁੱਖ ਮੋੜ ਗਈ। ਜਦੋਂ ਧਨ ਦੀ ਗਰੀਬੀ ਆਵੇ, ਦੁਨੀਆ ਤਾਂ ਮੁੱਖ ਮੋੜ ਗਈ। ਕਹਿੰਦੇ ਜਦੋਂ ਧਨ ਨਾ ਹੋਵੇ ਨਾ, ਲੋਕ ਸਾਰੇ ਮੂੰਹ ਪਾਸੇ ਦੀ ਕਰਕੇ ਲੰਘਦੇ ਨੇ,
ਇਹ ਕਿਤੇ ਜੇ ਸਾਹਮਣੇ ਵੀ ਮੱਥੇ ਵੀ ਲੱਗ ਜੇ ਇਹ ਕੁਛ ਨਾ ਕੁਛ ਮੰਗੂਗਾ। ਹੁਣ ਜਦ ਸਾਹਮਣੇ ਆਉਂਦਾ ਹੁਣ ਕੀ ਕਰੇ, ਨੀਵੀਂ ਪਾ ਕੇ ਲੰਘ ਜੂ ਜਾਂ ਅਗਲੀ ਗਲੀ ਦੂਸਰੀ ਗਲੀ ਲੰਘ ਜੂ, ਵੀ ਇੱਧਰਲੇ ਪਾਸੇ ਦੀ ਲੰਘ ਜਾਂਦੇ ਆ। ਇਹ ਜੇ ਕਿਤੇ ਸੱਚੇ ਪਾਤਸ਼ਾਹ ਕਹਿੰਦੇ ਉਦੋਂ ਮਨੁੱਖ ਮੰਗਦਾ ਜਦੋਂ ਕਿਤੇ ਬਿਪਤਾ ਦੀ ਘੜੀ ਹੋਵੇ। ਅੱਜ ਬਿਪਤਾ ਨਹੀਂ ਹੈ ਸਿੱਖਾਂ ਦੇ ਉੱਤੇ, ਦੋਨਾਂ ਸਿੱਖਾਂ ਉੱਤੇ ਬਿਪਤਾ ਨਹੀਂ ਹੈ, ਪਰ ਮਨ ਵਿੱਚ ਇੱਕ ਹੈ ਵੀ ਇਸੇ ਤਰ੍ਹਾਂ ਸਾਡੇ ਘਰੇ ਕੀਰਤਨ ਹੋਵੇ, ਇਸੇ ਤਰ੍ਹਾਂ ਸੰਗਤ ਜੁੜੇ, ਸਮਾਪਤੀ ਤੋਂ ਬਾਅਦ ਸੰਗਤ ਚਾਹ ਸਕੇ, ਅਸੀਂ ਉਹਨਾਂ ਦੇ ਝੂਠੇ ਭਾਂਡੇ ਮਾਂਜੀਏ, ਸੰਗਤ ਦੇ ਜੋੜੇ ਸਾਹਿਬ ਕੇ। ਦੇਖੋ ਕਿੱਡੀ ਵੱਡੀ ਭਾਵਨਾ ਵੱਧਦੀ ਜਾਂਦੀ ਹੈ ਨਾ, ਜਿਹਦੇ ਭਾਵਨਾ ਏਡੀ ਵੱਡੀ ਵੱਧ ਗਈ ਉਹਦੇ ਗੁਰੂ ਕਿਉਂ ਨਹੀਂ ਕਾਰਜ ਸਵਾਰੂਗਾ। ਮਨ ਵਿੱਚ ਇਹ ਨਾ ਹੋਵੇ ਇਕੱਲਾ ਵੀ ਚਲੋ ਸੁਖਮਨੀ ਸਾਹਿਬ ਦਾ ਪਾਠ ਕਰਾ ਲਿਆ, ਕੋਈ ਭਾਂਡੇ ਮਾਂਜਣ ਉਹਨੂੰ ਕਹਿੰਦਾ ਤੂੰ ਭਾਂਡੇ ਮਾਂਜਦੇ ਇੱਧਰ ਸਾਡੇ ਆਹ ਕਰਦੇ, ਨਹੀਂ। ਪਲਾਨ ਪਹਿਲਾਂ ਬਣ ਗਿਆ ਵੀ ਸੁਖਮਨੀ ਸਾਹਿਬ ਦਾ ਪਾਠ ਕਰਾਵਾਂਗੇ, ਸਹਿਜ ਪਾਠ ਕਰਾਵਾਂਗੇ, ਖੰਡ ਪਾਠ ਕਰਾਵਾਂਗੇ, ਸੰਗਤ ਆਊਗੀ, 3 ਦਿਨ ਗ੍ਰੰਥੀ ਸਿੰਘਾਂ ਦੀ ਸੇਵਾ ਕਰਾਂਗੇ, ਸੰਗਤ ਆਊਗੀ, ਉਹਨਾਂ ਦੇ ਜੋੜੇ ਝਾੜਾਂਗੇ। ਪਰ ਅੱਜ ਤਾਂ ਜੋੜੇ ਝਾੜਨ ਵਾਲਾ ਮਾਫ ਕਰਿਓ ਦੂਰ ਚਲਿਆ ਗਿਆ, ਪਾ ਕੇ ਚਿੱਟੇ ਕੱਪੜੇ ਬੰਨ੍ਹ ਕੇ ਕਿਰਾਂ ਪੱਗਾਂ ਬਾਹਰ ਵਿੱਚ ਖੜ ਜਾਂਦਾ, ਹਰ ਇੱਕ ਨੂੰ ਐਂ ਹੱਥ ਬੰਨ੍ਹ ਕੇ ਵੈਲਕਮ ਕਰਦਾ, ਆਓ ਜੀ ਆਇਆਂ ਨੂੰ। ਪਤਾ ਹੀ ਨਹੀਂ ਕਦੋਂ ਭੋਗ ਪੈ ਗਿਆ, ਕਦੋਂ ਕੀਰਤਨ ਹੋ ਗਿਆ, ਕਦੋਂ ਅਰਦਾਸ ਹੋ ਗਈ, ਕਦੋਂ ਦੇਗ ਵਰਤ ਗਈ, ਤੇ ਕਦੋਂ ਲੋਕਾਂ ਨੇ ਭੋਜਨ ਖਾ ਲਿਆ, ਕਦੋਂ ਭਾਂਡੇ ਸਾਂਭਲੇ, ਪਤਾ ਹੀ ਨਹੀਂ ਲੱਗਿਆ। ਆਪਦੀ ਵੈਲਕਮ ਦੇ ਵਿੱਚ ਹੀ ਉਲਝਿਆ ਰਹਿ ਗਿਆ। ਬੋਲੋ ਸਤਿਨਾਮ ਸ੍ਰੀ ਵਾਹਿਗੁਰੂ। ਉੱਥੇ ਹੀ ਖੜਾ ਹੀ ਰਹਿ ਗਿਆ। ਉਹ ਤਾਂ ਕਹਿੰਦੇ ਸਮਾਪਤੀ ਹੋ ਗਈ। ਹੁਣ ਤਾਂ ਉਹ ਬਹਿੰਦਾ ਨਹੀਂ, ਕਿਉਂ ਨਹੀਂ ਬਹਿੰਦਾ? ਉਹ ਕਹਿੰਦਾ ਕੱਪੜੇ ਪ੍ਰੈਸ ਕਰਕੇ ਪਾਏ ਨੇ, ਕਿਤੇ ਵਲ ਨਾ ਪੈ ਜਾਣੇ ਇਹਨਾਂ ਦੇ ਵਿੱਚ। ਜੇ ਭਾਂਡੇ ਚੱਕੇ ਫਿਰ ਤਾਂ ਤੁਹਾਨੂੰ ਪਤਾ ਹੀ ਹੈ ਵੀ ਦਲ ਦੇ ਛਿੱਟੇ ਪੈਣਗੇ, ਸਾਰੇ ਕੱਪੜੇ ਖਰਾਬ ਜਾਣਗੇ। ਫਿਰ ਇਹਦੇ ਵਿੱਚ ਹੁਣ ਤੁਸੀਂ ਆਪ ਹੀ ਅਨੁਮਾਨ ਲਾ ਕੇ ਦੇਖੋ ਵੀ ਹੈ ਭਾਵਨਾ ਹੈ, ਗੁਰੂ ਦੇਊ ਕੁਛ? ਗੁਰੂ ਕਿਹਨਾਂ ਨੂੰ ਦਿੰਦਾ ਹੈ? ਤੇ ਦੋਨੋਂ ਪਿਓ ਤੇ ਪੁੱਤਰ ਕਹਿ ਰਹੇ ਨੇ, ਉਹ ਪੁੱਤਰਾ ਤੇਰੇ ਖਿਆਲ ਬੜੇ ਵਧੀਆ ਨੇ, ਪਰ ਕਰੀਏ ਕੀ? ਉਹ ਕਿਵੇਂ ਕਰਾਂਗੇ ਸੇਵਾ? ਘਰ ਵਿੱਚ ਸੰਗਤ ਵੀ ਆਓ, ਗੁਰੂ ਵੀ ਆਉਣਗੇ, ਤੇ ਆਪਾਂ ਗੁਰੂ ਦੀ ਤੇ ਸੰਗਤ ਦੀ ਸੇਵਾ ਕਿਵੇਂ ਕਰਾਂਗੇ? ਉਹ ਕਿਵੇਂ ਕਰਾਂਗੇ ਸੇਵਾ, ਕੁਝ ਨਹੀਂ ਕੋਲ ਗਰੀਬਾਂ ਦੇ, ਕਿਵੇਂ ਕਰਾਂਗੇ ਸੇਵਾ, ਕੁਝ ਨਹੀਂ ਕੋਲ ਕੰਗਾਲਾਂ ਦੇ, ਕਿਵੇਂ ਕਰਾਂਗੇ ਸੇਵਾ, ਕੁਝ ਨਹੀਂ ਕੋਲ ਗਰੀਬਾਂ 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 ਦੇ। ਹੈ ਤਾਂ ਹੈ ਨਹੀਂ ਕੁਝ ਘਰ ਵਿੱਚ। ਚਲੋ ਤੂੰ ਬਹੁਤਾ ਖਹਿੜਾ ਕਰਦਾ ਵੀ ਰੋਟੀ ਖਵਾਵਾਂਗੇ, ਚਾਹ ਪਿਆਵਾਂਗੇ, ਪਰ ਕੁਛ ਨਹੀਂ ਘਰ ਦੇ ਵਿੱਚ। ਇੱਥੋਂ ਤੱਕ ਵੀ ਮੈਂ ਨਿਗਾਹ ਮਾਰ ਲਈ ਵੀ ਦੇਖੀਏ ਵੀ ਕੋਈ ਚੀਜ਼ ਵੀ ਵੇਚ ਦਾਂਗੇ। ਜਦੋਂ ਗਰੀਬੀ 'ਚ ਹੁੰਦਾ ਬੰਦਾ ਨਾ, ਅਤਿਅੰਤਾਂ ਫਸਿਆ ਹੁੰਦਾ, ਉਦੋਂ ਅਗਲਾ ਕਹਿੰਦੇ ਚਲੋ ਆਹ ਚੀਜ਼ ਪਈ ਹੈ ਵੇਚ ਦਿਓ ਯਾਰ, ਆਪਣਾ ਕੰਮ ਸਰ ਜੂਗਾ। ਪੁੱਤਰਾ ਵੇਚਣ ਨੂੰ ਵੀ ਕੁਛ ਨਹੀਂ ਆਪਣੇ ਘਰ ਦੇ ਵਿੱਚ। ਤਾਂ ਛੋਟਾ ਜਿਹਾ ਘਰ ਹੈ ਟੁੱਟਿਆ ਜਿਹਾ, 2 ਖਾਣਾ ਦਾ, 1 ਮੰਜਾ ਹੈ ਤੇ 2-3 ਭਾਂਡੇ ਨੇ, ਆਪਣੇ ਕੁਛ ਵੇਚਣ ਨੂੰ ਵੀ ਨਹੀਂ ਹੈਗਾ। ਪਰ ਮੈਂ ਨਾ ਗੁਰੂ ਜੀ ਤੋਂ ਅਰਦਾਸ ਕਰਦਾ, ਸੱਚੇ ਪਾਤਸ਼ਾਹ ਮੇਰੇ ਪੁੱਤਰ ਦੇ ਇੰਨੇ ਚੰਗੇ ਖਿਆਲ। ਤੇ ਪਿਤਾ ਨੇ ਜਵਾਬ ਦੇ ਕੇ ਪਤਾ ਕੀ ਆਖਿਆ? ਉਹ ਮੈਂ ਜਾਵਾਂ ਬਲਿਹਾਰੇ ਤੇਰੇ ਸੁਗੜ ਖਿਆਲਾਂ ਦੇ, 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 ਮੈਂ ਜਾਵਾਂ ਬਲਿਹਾਰੇ ਤੇਰੇ ਸੁਗੜ ਖਿਆਲਾਂ ਦੇ। ਆਜੀ ਕਿਵੇਂ ਕਰਾਂਗੇ ਸੇਵਾ, ਕੁਝ ਨਹੀਂ ਕੋਲ ਕੰਗਾਲਾਂ ਦੇ, ਉਹ ਪੁੱਤਰਾ ਕਿਵੇਂ ਕਰਾਂਗੇ ਸੇਵਾ, ਕੁਝ ਨਹੀਂ ਕੋਲ ਗਰੀਬਾਂ ਦੇ, ਕਰਾਂਗੇ ਸੇਵਾ, ਕੁਝ ਨਹੀਂ ਕੋਲ ਗਰੀਬਾਂ ਦੇ, ਕਿਵੇਂ ਕਰਾਂਗੇ ਸੇਵਾ, ਕੁਝ ਨਹੀਂ ਕੋਲ ਗਰੀਬਾਂ ਦੇ, ਕਿਵੇਂ ਕਰਾਂਗੇ ਸੇਵਾ, ਕੁਝ ਨਹੀਂ ਕੋਲ ਗਰੀਬਾਂ ਦੇ, ਕਿਵੇਂ ਕਰਾਂਗੇ ਸੇਵਾ,
ਕੁਝ ਨਹੀਂ ਕੋਲ ਗਰੀਬਾਂ ਦੇ। ਦੋਨੋਂ ਪਿਓ ਤੇ ਪੁੱਤਰ ਇਹ ਗੱਲਾਂ ਕਰਦੇ ਐ। ਹੁਣ ਇਹਨੂੰ ਕਹਿੰਦੇ ਨੇ ਗੁਰੂ ਨੂੰ ਜਾਣੀ ਜਾਣ। ਜੇ ਜਾ ਕੇ ਵੀ ਗੁਰੂ ਨੂੰ ਦੱਸਣਾ ਪਵੇ ਵੀ ਮੇਰੀ ਆਹ ਮੁਰਾਦ ਹੈ ਪੂਰੀ ਕਰਦੀ, ਮੇਰੀ ਆਹ ਗੱਲ ਹੈ ਸੱਚੇ ਪਾਤਸ਼ਾਹ ਤੂੰ ਪੂਰੀ ਕਰਦੀ, ਫਿਰ ਗੁਰੂ ਨੂੰ ਜਾਣੀ ਜਾਣ ਨਾ ਕਹੋ ਵੀ ਇਹ ਜਾਣੀ ਜਾਣ। ਅੱਜ ਆਪਾਂ ਹੀ ਕਹਿੰਦੇ ਨੇ ਕੋਈ ਵੀ ਚਲੋ ਗੱਲਬਾਤ ਹੋ ਜਾਵੇ, ਇਹ ਜਾਣੀ ਜਾਣ ਹੈ ਜੀ, ਸਾਰਾ ਕੁਛ ਗੁਰੂ ਹੀ ਕਰਦਾ ਹੈ। ਜੇ ਚੰਗਾ ਕਰ ਦਿੱਤਾ ਇਹ ਗੁਰੂ ਨੇ ਕਰਤਾ ਜੀ ਸਾਰਾ ਕੁਛ। ਅਤੇ ਨਾਲੇ ਫਿਰ ਆ ਕੇ ਅੜ ਕੇ ਅਰਦਾਸ ਕਰਕੇ ਕਹਿੰਦੇ ਵੀ ਐਂ ਕਹੀਂ ਅਰਦਾਸ ਦੇ ਵਿੱਚ ਆਹ ਗੱਲ ਕਹਿਣੀ ਹੈ। ਇੱਕ ਪਾਸੇ ਜਾਣੀ ਜਾਣ ਹੈ, ਇੱਕ ਪਾਸੇ ਅਣਜਾਣ ਬਣਾ ਕੇ ਤਲਵਾਰ ਲਮਕਾ ਕੇ ਗ੍ਰੰਥੀ ਦੇ ਸਿਰ ਤੇ ਇਸ ਤਰ੍ਹਾਂ ਉਹ ਕਹਿੰਦੇ ਵੀ ਆਹ ਗੱਲ ਕਹਿਣੀ ਤੂੰ ਆਹ ਗੱਲ ਛੱਡ ਗਿਆ ਸੀ, ਵਿੱਚ ਭੁੱਲ ਗਿਆ ਸੀ ਤੂੰ। ਨਹੀਂ, ਦੇਖੋ ਇੱਕ ਪਾਸੇ ਜਾਣੀ ਜਾਣ ਹੈ ਗੁਰੂ। ਇਸ ਕਰਕੇ ਮਹਾਰਾਜ ਜੀ ਕਹਿੰਦੇ ਭਾਵਨਾ ਅਨੁਸਾਰ ਸ਼ਰਧਾ ਅਨੁਸਾਰ ਜਾਣੀ ਜਾਣ ਜਾਣਦਾ ਹੈ। ਇੱਥੇ ਬੈਠਿਆਂ ਨੂੰ ਮੈਨੂੰ ਵੀ ਜਾਣਦਾ ਗੁਰੂ, ਤੁਹਾਨੂੰ ਵੀ ਜਾਣਦਾ, ਆਉਣ ਵਾਲਿਆਂ ਨੂੰ ਵੀ ਜਾਣਦਾ, ਨਾ ਆਉਣ ਵਾਲਿਆਂ ਨੂੰ ਵੀ ਜਾਣਦਾ, ਹਰ ਇੱਕ ਨੂੰ ਜਾਣਦਾ। ਫਿਰ ਉਹਨੂੰ ਕਹਿੰਦੇ ਨੇ ਇਹ ਜਾਣੀ ਜਾਣ ਹੈ। ਅਤੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਕਿਰਪਾ ਕਰਦੇ ਹਨ। ਆਓ ਕੱਲ੍ਹ ਨੂੰ ਇੱਥੋਂ ਫੇਰ ਅੱਗੇ ਸ਼ੁਰੂ ਕੀਤਾ ਜਾਵੇਗਾ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਕਿਰਪਾ ਕਰਦੇ ਨੇ, ਬਖਸ਼ਿਸ਼ ਕਰਦੇ ਹਨ। ਜਿੱਡੀ ਵੱਡੀ ਕਸਵੱਟੀ ਵੈਸੇ ਸਾਰੇ ਸਿੱਖਾਂ ਦੇ ਉੱਤੇ ਲੱਗਦੀ ਆਈ ਹੈ, ਪਰ ਜਿਹੜੀ ਕਸਵੱਟੀ ਗੁਰੂ ਜੀ ਨੇ ਇਸ ਪਰਿਵਾਰ ਉੱਤੇ ਲਾਈ ਉਹਦੀ ਬਾਬਤ ਫਿਰ ਮਹਾਰਾਜ ਜੀ ਨੂੰ ਫਿਰ ਬਾਣੀ ਉਚਾਰਨੀ ਪੈਗੀ। ਸੰਮਣ ਜਾਓ ਇਸ ਪ੍ਰੇਮ ਕੀ ਦਮ ਕਿਉ ਹੋਤੀ ਸਾਟ, ਰਾਵਣ ਹੋਤੇ ਸੋ ਰੰਕ ਹੈ ਜਿਨ ਸਿਰ ਦੀਨੇ ਕਾਟ। ਅੱਗੇ ਦੁਸਹਿਰੇ ਦਾ ਵੀ ਦਿਨ ਆ ਰਿਹਾ, ਤਾਂ ਕਰਕੇ ਚਲੋ ਜਿਉਂ ਬੁਲਾਵੇ ਤਿਉਂ ਬੋਲਾਂ ਸੁਆਮੀ, ਕੁਦਰਤ ਕਵਣ ਹਮਾਰੀ। ਸਰਵ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਰਮਕਲੀ ਮਹਲਾ ਤੀਜਾ। ਆਨੰਦ ਏਕ ਓੰਕਾਰ ਸਤਿਗੁਰ ਪ੍ਰਸਾਦ, ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਤਾ ਪਾਇਆ ਸਹਿਜ ਸੇਤੀ ਮਨ ਵਜੀਆਂ ਵਧਾਈਆਂ। ਰਾਗ ਰਤਨ ਪਰਿਵਾਰ ਭਰੀਆਂ ਸ਼ਬਦ ਗਾਵਣ ਆਈਆਂ। ਸ਼ਬਦ ਤਾ ਗਾਵੋ ਹਰੀ ਕੇਰਾ ਮਨ ਜਿਨੀ ਵਸਾਇਆ। ਕਹਿ ਨਾਨਕ ਆਨੰਦ ਹੋਵਾ ਸਤਿਗੁਰੂ ਮੈਂ ਪਾਇਆ। ਮਨ ਮੇਰਿਆ ਉਦਾਰੋ ਵਰਨਾਲੇ, ਨਾਲ ਰਹੋ ਤੁਮ ਮਨ ਮੇਰੇ ਦੁਖ ਸਭ ਵਿਸਾਰਨਾ। ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਨਾ। ਸਭਨਾ ਗੱਲਾਂ ਸਿਮਰਤ ਸੁਆਮੀ ਸੋਖ ਮਨ ਵਿਸਾਰੇ। ਨਾਨਕ ਮਨ ਮੇਰੇ ਸਦਾਰੋ ਵਰਨਾਲੇ। ਸਾਚੇ ਸਾਹਿਬਾ ਕਿਆ ਨਹੀਂ ਕਰਤੇ ਰਹਿ। ਕਰਤਾ ਤੇਰਾ ਸਭ ਕਿਛ ਹੈ ਜਿਸ ਦੇ ਸੋ ਪਾਵੇ। ਸਦਾ ਸਿਮਤ ਸਲਾਹ ਤੇਰੀ ਨਾਮ ਮਨ ਵਿਸਾਵੇ। ਜਿਨ ਕੈ ਮਨ ਵਸਿਆ ਬਾਜੇ ਸ਼ਬਦ ਕਨੇਰੇ। ਕਹਿ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰਤੇ ਰਹਿ। ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ। ਜਿਨ ਭੁੱਖਾਂ ਸਭ ਗਵਾਈਆਂ। ਕਰ ਸ਼ਾਂਤ ਸੁਖ ਮਨ ਆਈ ਵਸਿਆ। ਜਿਨ ਇੱਛਾ ਸਭ ਜਾਈਆਂ। ਸਦਾ ਕੁਰਬਾਨ ਕੀਤਾ ਗੁਰ ਵਟਾਉ ਜਿਸ ਦੀਆਂ ਇਹ ਵਡਿਆਈਆਂ। ਕਹਿ ਨਾਨਕ ਸੁਣੋ ਸੰਤੋ ਸ਼ਬਦ ਤਰੋ ਪਿਆਰੋ। ਸਾਚਾ ਨਾਮ ਮੇਰਾ ਆਧਾਰੋ, ਵਾਜੇ ਪੰਚ ਸ਼ਬਦ ਤਿਤ ਕਰ ਸੁਭਾਗੈ। ਕਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰਤਾਰੀਆ। ਵਸ ਕੀਤੇ ਕਾਰ ਘੰਟ ਕੁਮਾਰਿਆ। ਕਰਮ ਪਾਇਆ ਤੁਧ ਜਨ ਕੋ ਸੇ ਨਾਮ ਰਖੈ ਲਾਗੇ। ਹੈ ਨਾਨਕ ਤੈ ਦੁਖ ਹੋਆ ਤਿਤ ਕਰ ਆਨੰਦ ਬਾਜੇ। ਆਨੰਦ ਸਨੋ ਬੜ ਭਾਗੀਓ ਸਗਲ ਮਨੋਰਥ ਪੂਰੇ। ਪਾਰ ਮੈਂ ਪ੍ਰਭ ਪਾਇਆ ਉਤਰੇ
ਸਗਲ ਵਿਸੂਰੇ। ਦੁਖ ਰੋਗ ਸੰਤਾਪ ਉਤਰੋ ਸੁਣੀ ਸੱਚੀ ਬਾਣੀ। ਅੰਤ ਸਾਜਨ ਪਏ ਸਰਬੇ ਪੂਰੇ ਗੁਰ ਤੇ ਜਾਣੀ। ਸੁਣਦੇ ਪਨੀਤ ਕਹਤੇ ਪਵਿੱਤ ਸਤ ਗੁਰ ਰਹਿਆ ਭਰਪੂਰੇ। ਨਾਨਕ ਗੁਰ ਚਰਨ ਲਾਗੇ ਵਾਜੇ ਅਨਾਦ ਤੂਰੇ। ਬੋਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।